ਵੈਲਕਮ ਦੋਸਤੋ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਪਸੰਦੀਦਾ ਚੈਨਲ ਪੋਜ਼ਿਟਿਵ ਵਾਈਬਸ ਪੰਜਾਬ ਦੇ ਉੱਪਰ। ਸੋ ਆਪਣੀ ਪੋਲਿਟੀ ਦੀ ਸੀਰੀਜ਼ ਦੇ ਵਿੱਚ ਜੋ ਅੱਜ ਆਪਾਂ ਵੀਡੀਓ ਡਿਸਕਸ ਕਰਨ ਜਾ ਰਹੇ ਹਾਂ ਉਹ ਵੀਡੀਓ ਹੈ MCQ ਬੇਸਡ ਔਨ ਦਾ ਫੰਡਾਮੈਂਟਲ ਰਾਈਟਸ। ਸੋ ਆਪਾਂ ਸਾਰੇ ਫੰਡਾਮੈਂਟਲ ਰਾਈਟਸ ਜੋ 6 ਆਪਾਂ ਨੂੰ ਐਟ ਪ੍ਰੈਜ਼ੈਂਟ ਅਵੇਲੇਬਲ ਨੇ ਉਹਨਾਂ ਨੂੰ ਆਪਾਂ ਡਿਸਕਸ ਕਰ ਲਿਆ ਵਿਦ ਦਾ ਹੈਲਪ ਆਫ ਆਰਟੀਕਲ 12 ਤੋਂ ਲੈ ਕੇ 35 ਦੇ ਤੱਕ। ਸੋ ਅੱਜ ਵਾਲਾ ਜਿਹੜੇ MCQ ਹੈ ਇਸ ਦੇ ਨਾਲ ਤੁਸੀਂ ਆਪਣੀ ਨੌਲੇਜ ਨੂੰ ਚੈੱਕ ਕਰਨਾ ਹੈ ਕਿ ਜੋ ਕੁਐਸਚਨ ਤੁਹਾਡੇ ਇਸ ਟੌਪਿਕ ਦੇ ਬੇਸਡ ਫਰੇਮ ਹੋਣਗੇ ਜੋ ਫਾਈਨਲ ਐਗਜ਼ਾਮ ਦੇ ਵਿੱਚ ਰਿਪੀਟ ਹੋ ਰਹੇ ਆ, ਈਵਨ ਜੋ ਅੱਜ ਵਾਲੀ ਵੀਡੀਓ ਦੇ ਵਿੱਚ ਜ਼ਿਆਦਾ ਕੁਐਸਚਨਸ ਆ ਤੁਹਾਡੇ ਪੰਜਾਬ ਦੇ ਵਿੱਚ ਆਲਰੇਡੀ ਆਏ ਹੋਏ ਆ ਕਿਸੇ ਨਾ ਕਿਸੇ ਪੇਪਰ ਦੇ ਵਿੱਚ। ਸੋ ਦੋਸਤੋ ਆਪਾਂ ਉਹਨਾਂ ਨੂੰ ਅਟੈਂਪਟ ਕਰਨਾ ਹੈ, ਦੇਖਣਾ ਹੈਗਾ ਕਿ ਉਹਨਾਂ ਦੇ ਜਿਹੜੇ ਆਨਸਰ ਹੈ ਜੋ ਆਪਾਂ ਥਿਓਰੈਟੀਕਲੀ ਪੜ੍ਹੇ ਹੈਗੇ ਉਹ ਉਹਨਾਂ ਦੇ ਆਨਸਰ ਆਪਾਂ ਦੇ ਵੀ ਪਾਉਂਦੇ ਜਾਂ ਨਹੀਂ ਦੇ ਪਾਉਂਦੇ। ਸੋ ਸੈਕਿੰਡ ਦੋਸਤੋ ਮੈਂ ਆਪਣਾ ਨੰਬਰ ਇੱਥੇ ਸ਼ੇਅਰ ਕੀਤਾ ਹੋਇਆ ਹੈ, ਅਗਰ ਤੁਹਾਡੀ ਕੋਈ ਕੁਐਰੀ ਹੈ ਸੁਜੈਸ਼ਨ ਹੈ ਤਾਂ ਤੁਸੀਂ ਮੈਨੂੰ WhatsApp ਕਰ ਸਕਦੇ ਹੋ ਇਸ ਨੰਬਰ ਦੇ ਉੱਪਰ। ਦੇਖਦੇ ਹਾਂ ਫਸਟ ਕੁਐਸਚਨ ਕੀ ਹੈ। ਫਸਟ ਕੁਐਸਚਨ ਇਜ਼ ਵਿਚ ਆਰਟੀਕਲ ਲੇਜ਼ ਡਾਊਨ ਦਾ ਕਨਸਟੀਟਿਊਸ਼ਨਲ ਰੈਮੀਡੀਜ਼ ਫॉर ਦਾ ਇਨਫੋਰਸਮੈਂਟ ਆਫ ਫੰਡਾਮੈਂਟਲ ਰਾਈਟਸ। ਕਹਿਣ ਦਾ ਮਤਲਬ ਕੀ ਹੈ, ਇਨ ਕੇਸ ਤੁਹਾਡਾ ਫੰਡਾਮੈਂਟਲ ਰਾਈਟਸ ਕਿਤੇ ਵਾਇਓਲੇਟ ਹੋ ਜਾਂਦੇ ਆ ਉਸ ਕੇਸ ਦੇ ਵਿੱਚ ਆਪਣੇ ਜਿਹੜਾ ਹੈਗਾ ਕਿ ਉਹ ਰੈਮੇਡੀ ਕੌਣ ਦੇਗਾ। ਤੇ ਉਸ ਕੇਸ ਦੇ ਵਿੱਚ ਜੇ ਅਗਰ ਆਪਾਂ ਹਾਈ ਕੋਰਟ ਨੂੰ ਜਾਂ ਸੁਪਰੀਮ ਕੋਰਟ ਨੂੰ ਅਪਰੋਚ ਕਰਾਂਗੇ ਤਾਂ ਉਹ ਕਿਸ ਆਰਟੀਕਲ ਦੇ ਅੰਡਰ ਆਪਾਂ ਨੂੰ ਅਲਾਉ ਕਰੇਗਾ। ਸੋ ਦੋਸਤੋ ਆਰਟੀਕਲ 32 ਆਪਾਂ ਨੂੰ ਅਲਾਉ ਕਰਦਾ ਹੈ ਟੂ ਅਪਰੋਚ ਦਾ ਸੁਪਰੀਮ ਕੋਰਟ। ਸੁਪਰੀਮ ਕੋਰਟ ਕੀ ਕਰੇਗਾ ਇਨ ਕੇਸ ਆਫ ਦਾ ਵਾਇਓਲੇਸ਼ਨ ਆਫ ਦਾ ਫੰਡਾਮੈਂਟਲ ਰਾਈਟਸ ਤੁਹਾਡੇ ਕੋਲੇ 5 ਟਾਈਪਸ ਦੀਆਂ ਰਿਟਸ ਜਿਹੜਾ ਹੈਗਾ ਕਿ ਇਸ਼ੂ ਕਰੇਗਾ ਟੂ ਪ੍ਰੋਟੈਕਟ ਯੂਅਰ ਫੰਡਾਮੈਂਟਲ ਰਾਈਟਸ। ਸੋ ਇਸ ਦਾ ਆਨਸਰ ਜਿਹੜਾ ਕੀ ਹੈ ਫਸਟ ਕੁਐਸਚਨ ਦਾ ਜੋ ਆਨਸਰ ਹੈ ਉਹ ਕੀ ਹੈ ਆਰਟੀਕਲ 32। ਆਰਟੀਕਲ 32 ਜਿਹੜਾ ਹੈਗਾ ਕਿ ਦੋਸਤੋ ਇੰਨਾ ਕੁ ਜ਼ਿਆਦਾ ਇੰਪੋਰਟੈਂਟ ਹੈ ਜਿਸ ਕਰਕੇ ਜਿਹੜੇ ਡਾਕਟਰ BR ਅੰਬੇਦਕਰ ਹੈ ਉਹਨਾਂ ਨੇ ਇਸ ਨੂੰ ਨਾਮ ਦਿੱਤਾ ਗਿਆ ਹਾਰਟ ਐਂਡ ਸੋਲ ਆਫ ਦਾ ਕਨਸਟੀਟਿਊਸ਼ਨ। ਕਿਹਨਾਂ ਨੇ ਨਾਮ ਦਿੱਤਾ? ਡਾਕਟਰ BR ਅੰਬੇਦਕਰ ਜੀ ਨੇ। ਸਿਮਿਲਰਲੀ ਇੱਕ ਟਰਮ ਹੋਰ ਯੂਜ਼ ਹੁੰਦੀ ਹੈ, ਕਈ ਵਾਰ ਐਗਜ਼ਾਮ ਦੇ ਵਿੱਚ ਆ ਜਾਂਦਾ ਹੈ ਸੋਲ ਆਫ ਦਾ ਕਨਸਟੀਟਿਊਸ਼ਨ। ਸੋਲ ਆਫ ਦਾ ਕਨਸਟੀਟਿਊਸ਼ਨ ਟਰਮ ਜਿਹੜੀ ਕਿਸਨੇ ਯੂਜ਼ ਕੀਤੀ ਹੈ? ਇਹ ਯੂਜ਼ ਕੀਤੀ ਹੈ ਦੋਸਤੋ ਠਾਕੁਰ ਦਾਸ ਭਾਰਗਵ, ਹੈ ਨਾ। ਔਰ ਇਹਨਾਂ ਨੇ ਬੋਲਿਆ ਕਿਸ ਨੂੰ ਹੈ ਕਿ ਸੋਲ ਆਫ ਦਾ ਕਨਸਟੀਟਿਊਸ਼ਨ ਬੋਲਿਆ ਕਿਸ ਨੂੰ ਹੈ? ਪ੍ਰੀਐਂਬਲ ਨੂੰ। ਸੋ ਇਹ ਦੋਨੋਂ ਟਰਮ ਯਾਦ ਰੱਖ ਲੈਣੀ ਨੇ ਤੁਸੀਂ। ਐਗਜ਼ਾਮ ਦੇ ਵਿੱਚ ਜਦੋਂ ਕੁਐਸਚਨ ਆਏਗਾ ਤਾਂ ਚੈੱਕ ਕਰਨਾ ਕਿ ਹਾਰਟ ਐਂਡ ਸੋਲ ਆਫ ਦਾ ਕਨਸਟੀਟਿਊਸ਼ਨ ਪੁੱਛਿਆ ਗਿਆ ਜਾਂ ਸੋਲ ਆਫ ਦਾ ਕਨਸਟੀਟਿਊਸ਼ਨ ਪੁੱਛਿਆ ਗਿਆ। ਸੋ ਦੋਨਾਂ ਦਾ ਆਨਸਰ ਕੀ ਹੋਏਗਾ? ਡਿਫਰੈਂਟ ਹੋਏਗਾ। ਇਨ ਦਿਸ ਕੇਸ ਤੁਹਾਡੇ ਕੋਲ ਆਨਸਰ ਕੀ ਹੋਏਗਾ? ਹਾਰਟ ਐਂਡ ਸੋਲ ਆਫ ਦਾ ਕਨਸਟੀਟਿਊਸ਼ਨ ਆਪਾਂ ਕਿਸ ਨੂੰ ਬੋਲਦੇ ਹਾਂ? ਆਰਟੀਕਲ 32 ਦੇ ਵਿੱਚ ਜੋ ਆਪਣਾ ਫੰਡਾਮੈਂਟਲ ਰਾਈਟ ਹੈ ਰਾਈਟ ਟੂ ਕਨਸਟੀਟਿਊਸ਼ਨਲ ਰੈਮੀਡੀਜ਼। ਔਰ ਸੋਲ ਆਫ ਦਾ ਕਨਸਟੀਟਿਊਸ਼ਨ ਆਪਾਂ ਕਿਸ ਨੂੰ ਬੋਲਦੇ ਹਾਂ? ਪ੍ਰੀਐਂਬਲ ਨੂੰ, ਜੋ ਟਰਮ ਕਿਸਨੇ ਯੂਜ਼ ਕੀਤੀ? ਠਾਕੁਰ ਦਾਸ ਭਾਰਗਵ ਨੇ। ਉਸ ਤੋਂ ਬਾਅਦ ਦੋਸਤੋ ਇਹ ਆਰਟੀਕਲ 19, ਆਰਟੀਕਲ 24 ਐਂਡ ਆਰਟੀਕਲ 21 ਇਹ ਸਾਰੇ ਆਪਣੇ ਫੰਡਾਮੈਂਟਲ ਰਾਈਟਸ ਦੀ ਕੈਟਾਗਰੀ ਦੇ ਵਿੱਚ ਆਉਂਦੇ ਆ ਜੋ ਕਿ 12 ਤੋਂ ਲੈ ਕੇ 35 ਤੱਕ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ। ਔਰ ਜਿਵੇਂ ਨੈਕਸਟ ਆਪਸ਼ਨਸ ਆਣਗੇ ਦੁਬਾਰਾ ਫਿਰ ਆਪਾਂ ਇਹਨਾਂ ਨੂੰ ਰਿਪੀਟ ਕਰ ਲੈਣਾ ਹੈ। ਸੋ ਦੇਖਦੇ ਹਾਂ ਸੈਕੰਡ ਕੁਐਸਚਨ ਵਿਚ ਵਨ ਆਫ ਦਾ ਫੋਲੋਇੰਗ ਇਜ਼ ਨਾਟ ਅ ਫੰਡਾਮੈਂਟਲ ਰਾਈਟ ਆਫ ਦਾ ਇੰਡੀਅਨ ਕਨਸਟੀਟਿਊਸ਼ਨ। ਉਹ ਕੀ ਕਹਿੰਦਾ ਕਿ ਕਨਸਟੀਟਿਊਸ਼ਨ ਦੇ ਵਿੱਚ ਇਹਨਾਂ ਵਿੱਚੋਂ ਕਿਹੜਾ ਫੰਡਾਮੈਂਟਲ ਰਾਈਟ ਨਹੀਂ ਹੈ। ਸਭ ਤੋਂ ਪਹਿਲਾਂ ਆਪਾਂ ਚੈੱਕ ਕਰਨਾ ਰਾਈਟ ਟੂ ਇਕੁਐਲਿਟੀ। ਯੈਸ ਇਹ ਤਾਂ ਫੰਡਾਮੈਂਟਲ ਰਾਈਟ ਹੈਗਾ ਕਿ ਤੁਹਾਡੇ ਕੋਲ। ਔਰ ਇਹ ਆਰਟੀਕਲ ਕਿੰਨੇ ਕਵਰ ਕਰਦਾ ਹੈ ਤੁਹਾਡੇ ਤੋਂ? 14 ਤੋਂ ਲੈ ਕੇ ਅਪ ਟੂ 18। ਉਸ ਤੋਂ ਬਾਅਦ ਕੀ ਹੈ ਦੋਸਤੋ? ਰਾਈਟ ਅਗੇਂਸਟ ਐਕਸਪਲੋਇਟੇਸ਼ਨ, ਇਹ ਵੀ ਤੁਹਾਡਾ ਫੰਡਾਮੈਂਟਲ ਰਾਈਟ ਹੈ। ਔਰ ਆਰਟੀਕਲ ਵਿੱਚ ਕਿਹੜੇ ਕਵਰ ਹੁੰਦੇ ਆ? 23 ਐਂਡ 24। ਉਸ ਤੋਂ ਬਾਅਦ ਰਾਈਟ ਟੂ ਕਨਸਟੀਟਿਊਸ਼ਨਲ ਰੈਮੀਡੀਜ਼ ਜਿਹਨੂੰ ਆਪਾਂ ਬੋਲਦੇ ਹਾਂ ਹਾਰਟ ਐਂਡ ਸੋਲ ਆਫ ਦਾ ਕਨਸਟੀਟਿਊਸ਼ਨ, ਜਿਹੜਾ ਕੀ ਕਰਦਾ ਤੁਹਾਡੇ ਦੂਸਰੇ ਫੰਡਾਮੈਂਟਲ ਰਾਈਟਸ ਨੂੰ ਪ੍ਰੋਟੈਕਟ ਕਰਦਾ ਹੈ, ਇਹ ਵੀ ਤੁਹਾਡਾ ਫੰਡਾਮੈਂਟਲ ਰਾਈਟ ਹੈ। ਰਾਈਟ ਟੂ ਪ੍ਰੋਪਰਟੀ ਆਪਣਾ ਫੰਡਾਮੈਂਟਲ ਰਾਈਟ ਨਹੀਂ ਹੈ। ਤਾਂ ਇਸ ਦਾ ਆਨਸਰ ਆਪਣੇ ਕੋਲ ਕੀ ਹੋਏਗਾ? ਫੋਰਥ ਆਨਸਰ ਹੋਏਗਾ ਰਾਈਟ ਟੂ ਪ੍ਰੋਪਰਟੀ। ਇਹ ਪਹਿਲੇ ਆਪਣੇ ਕੋਲ ਆਲਰੇਡੀ 7 ਫੰਡਾਮੈਂਟਲ ਰਾਈਟਸ ਸੀਗੇ, ਲੇਕਿਨ ਵਿਦ ਦਾ ਹੈਲਪ ਆਫ 44th ਅਮੈਂਡਮੈਂਟ ਜੋ 1978 ਦੇ ਵਿੱਚ ਹੋਈ ਸੀਗੀ ਉਸ ਦੇ ਵਿੱਚ ਕੀ ਹੋਇਆ ਸੀਗਾ? ਰਾਈਟ ਟੂ ਪ੍ਰੋਪਰਟੀ ਨੂੰ ਆਪਾਂ ਕੀ ਕਰਤਾ ਸੀਗਾ? ਡਿਲੀਟ ਕਰਤਾ ਸੀਗਾ ਔਰ ਇਹਨੂੰ ਤੁਹਾਡਾ ਬਣਾ ਕੇ ਦਿੱਤਾ ਗਿਆ ਲੀਗਲ ਰਾਈਟ ਬਣਾਤਾ ਗਿਆ ਅੰਡਰ ਆਰਟੀਕਲ 300A। ਔਰ ਉਸ ਟਾਈਮ ਤੇ ਗਵਰਨਮੈਂਟ ਕਿਸ ਦੀ ਸੀਗੀ? ਜਨਤਾ ਗਵਰਨਮੈਂਟ ਸੀ। ਐਂਡ ਹੂ ਵਾਜ਼ ਦਾ ਪ੍ਰਾਈਮ ਮਿਨਿਸਟਰ? ਆਪਾਂ ਪਹਿਲਾਂ ਡਿਸਕਸ ਕੀਤਾ ਹੋਇਆ ਸੀਗਾ ਮੁਰਾਰਜੀ ਦੇਸਾਈ। ਠੀਕ ਹੈ ਦੋਸਤੋ, ਇਹ ਸਾਰੇ ਆਪਾਂ ਪਹਿਲਾਂ ਡਿਸਕਸ ਕੀਤੇ ਹੋਏ ਆ। ਜਦੋਂ ਵੀ ਆਪਸ਼ਨ ਆਉਂਦੀ ਹੈ ਤਾਂ ਆਪਣੀ ਦੇਖੋ ਇੱਥੇ ਫਾਈਨਲ ਐਗਜ਼ਾਮ ਨਹੀਂ ਤੁਸੀਂ ਅਟੈਂਪਟ ਕਰ ਰਹੇ, ਸਿਰਫ ਤੁਸੀਂ ਆਪਣੀ ਨੌਲੇਜ ਚੈੱਕ ਕਰ ਰਹੇ ਹੋ। ਤਾਂ ਸਿਰਫ ਰਾਈਟ ਆਨਸਰ ਦੇ ਕੇ ਹੀ ਨਹੀਂ ਚੁੱਪ ਕਰ ਜਾਣਾ, ਬਾਕੀ ਵੀ ਜਿਹੜੇ ਹੈਗੇ ਆ
ਆਪਸ਼ਨਸ ਉਹਨਾਂ ਨੂੰ ਵੀ ਐਲੈਬੋਰੇਟ ਕਰਨਾ, ਐਕਸਪਲੇਨ ਕਰਨਾ ਆਪਣੇ ਮਾਈਂਡ ਦੇ ਵਿੱਚ ਕਿ ਰਾਈਟ ਟੂ ਇਕੁਐਲਿਟੀ ਦੇ ਵਿੱਚ ਕੀ ਕੁਝ ਪੜਿਆ ਸੀਗਾ ਔਰ ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਆਰਟੀਕਲ ਆਪਾਂ ਇਹ ਡਿਸਕਸ ਕੀਤੇ ਸੀਗੇ। ਸੋ ਸੈਕੰਡ ਕੁਐਸਚਨ ਦਾ ਜੋ ਆਨਸਰ ਹੈ ਉਹ ਹੈ फोर्थ आंसर, जो राइट टू प्रॉपर्टी है वो अपना हूँ फंडामेंटल राइट्स नहीं रहा गए। हूँ अपने को किन्ने 6 फंडामेंटल राइट्स है, लेकिन स्टार्टिंग ਦੇ इनिशियली अपने को किन्ने ਸੀਗੇ 7 फंडामेंटल राइट्स ਸੀਗੇ। सो ये भी एग्जाम 'ਚ ध्यान रखना है कि एट प्रेजेंट वाले पूछा गया है या इनिशियल पूछा गया। ऑप्शन तो दोनों केस दोनों होंगे, 6 भी होगी ऑप्शन और 7 भी होएगी। सो देखते हैं थर्ड क्वेश्चन। इन इंडिया द राइट टू फ्रीडम ऑफ स्पीच एंड एक्सप्रेशन इज रिस्ट्रिक्टेड ऑन द ग्राउंड्स ऑफ। देखो अपने को की कुछ रीजनेबल रिस्ट्रिक्शंस नहीं, फंडामेंटल राइट्स अवेलेबल नहीं, बट उसके ऊपर कुछ रीजनेबल रिस्ट्रिक्शंस भी लगी हुई ने। सो जो राइट टू फ्रीडम ऑफ स्पीच एंड एक्सप्रैशन जो है ये किस दी गल कर रहा है, आर्टिकल 19 की गल कर रहा है। उसके उपर रिस्ट्रिक्शन अपने को की है कि ਜਦੋਂ ਆਪਾਂ ਆਪਣੇ ਵਿਊਜ਼ ਨੂੰ ਐਕਸਪ੍ਰੈਸ ਕਰਦੇ ਹਾਂ ਵਿਦ ਦ ਹੈਲਪ ਆਫ ਸਪੋਕਨ ਵਰਡਸ ਵਿਦ ਦ ਹੈਲਪ ਆਫ ਰਾਈਟਿੰਗ, ਪ੍ਰਿੰਟਿੰਗ, ਕੋਈ ਪਿਕਚਰਿੰਗ ਔਰ ਜਾਂ ਕੋਈ ਐਨੀ ਅਦਰ ਮੀਡੀਆ, ਸਪੋਜ਼ ਤੁਹਾਡੇ ਕੋਲ ਕੀ ਮਲਟੀਮੀਡੀਆ ਹੈਗਾ, ਟਵਿੱਟਰ ਹੈ ਜਾਂ ਤੁਹਾਡੇ ਕੋਲੇ ਦੋਸਤੋ ਫੇਸਬੁੱਕ ਹੈ, ਉਹਦੇ ਉੱਪਰ ਆਪਣੇ ਅਗਰ ਵਿਊਜ਼ ਆਪਾਂ ਐਕਸਪ੍ਰੈਸ ਕਰ ਰਹੇ ਹਾਂ ਤਾਂ ਹੋਏਗਾ ਕੀ, ਕਰਨਾ ਕੀ ਹੋਏਗਾ, ਤੁਸੀਂ ਇਹ ਚੀਜ਼ ਨੂੰ ਇਨਸ਼ੋਰ ਕਰਨਾ ਹੈ ਕਿ ਦ ਸੋਵਰਨਿਟੀ ਐਂਡ ਦ ਇੰਟੀਗ੍ਰਿਟੀ ਆਫ ਇੰਡੀਆ ਇਹ ਤੁਹਾਡੀ ਵਾਇਓਲੇਟ ਨਹੀਂ ਹੋਣੀ ਚਾਹੀਦੀ, ਇਹ ਰਿਸਟ੍ਰਿਕਸ਼ਨ ਹੈ। ਸੈਕੰਡ ਕੀ ਹੈ, ਕੰਟੈਂਪਟ ਆਫ ਦਾ ਕੋਰਟ, ਅਗਰ ਕੋਰਟ ਨੇ ਆਰਡਰ ਕੋਈ ਦਿੱਤਾ ਹੈਗਾ ਤੁਸੀਂ ਉਸਦੇ ਅਗੇਂਸਟ ਬੋਲ ਰਹੇ ਹੋ, ਉਹ ਵੀ ਤੁਹਾਡਾ ਕੀ ਹੈ, ਉਹ ਵੀ ਰਿਸਟ੍ਰਿਕਟਡ ਹੈ, ਤੁਸੀਂ ਨਹੀਂ ਬੋਲ ਸਕਦੇ। ਥਰਡ ਕੀ ਹੈ, ਫਰੈਂਡਲੀ ਰਿਲੇਸ਼ਨ ਵਿਦ ਦ ਫੋਰਨ ਸਟੇਟਸ, ਓਬਵੀਅਸਲੀ ਅਗਰ ਜਿਹਦੇ ਨਾਲ ਤੁਹਾਡੇ ਫਰੈਂਡਲੀ ਰਿਲੇਸ਼ਨ ਅਗਰ ਉਸਦੇ ਅਗੇਂਸਟ ਤੁਸੀਂ ਬੋਲ ਰਹੇ ਹੋ ਕਿ ਕਿਸੇ ਕੰਟਰੀ ਦੇ ਅਗੇਂਸਟ ਬੋਲ ਰਹੇ ਹੋ, ਉਹ ਵੀ ਤੁਹਾਡੀ ਕੀ ਹੈ, ਰਿਸਟ੍ਰਿਕਟਡ ਹੈ। ਉਸ ਤੋਂ ਬਾਅਦ ਕੀ ਹੈ, ਪ੍ਰੋਟੈਕਸ਼ਨ ਆਫ ਮਿਨੋਰਿਟੀਜ਼। ਔਰ ਦੋਸਤੋ ਜਿਹੜੀ ਪ੍ਰੋਟੈਕਸ਼ਨ ਆਫ ਮਿਨੋਰਿਟੀਜ਼ ਹੈ ਇਹ ਤੁਹਾਡੀ ਆਰਟੀਕਲ 19 ਦੇ ਵਿੱਚ ਨਹੀਂ ਆ ਰਹੀ ਹੈ ਨਾ। ਫਰੀडम ਆਫ ਸਪੀਚ ਦੇ ਵਿੱਚ ਪ੍ਰੋਟੈਕਸ਼ਨ ਆਫ ਮਿਨੋਰਿਟੀਜ਼ ਨਹੀਂ ਆ ਰਿਹਾ ਹੈਗਾ। ਇਹਦੀ ਆਪਾਂ ਗੱਲ ਕਿੱਥੇ ਕੀਤੀ ਸੀਗੀ, ਆਰਟੀਕਲ 29 ਜਾਂ 30 ਦੇ ਵਿੱਚ ਕੀਤੀ ਸੀਗੀ। ਤਾਂ ਇਟ ਮੀਨਸ ਇਹਦੇ ਸਿਰਫ ਕੀ ਹੋਏਗਾ, ਤੁਹਾਡੇ ਕੋਲੇ ਇਹ ਵਾਲਾ ਆਪਸ਼ਨ ਨਹੀਂ ਹੋਏਗੀ। ਤਾਂ ਆਪਣੇ ਕੋਲੇ ਰਿਸਟ੍ਰਿਕਟਡ ਕਿਹੜੀ ਨੇ, 1 2 ਐਂਡ 3। ਸੋ ਆਨਸਰ ਕੀ ਹੋਏਗਾ ਤੁਹਾਡੇ ਕੋਲੇ, ਇਹ ਆਨਸਰ ਹੋਏਗਾ। ਇੱਕ ਦੂਸਰਾ ਦੋਸਤੋ ਇਹਦੇ 'ਚ ਤੁਹਾਨੂੰ ਇੱਕ ਮੈਥਡ, ਐਲੀਮੀਨੇਸ਼ਨ ਮੈਥਡ ਵੀ ਆਉਣਾ ਚਾਹੀਦਾ ਹੈ। ਸਪੋਜ਼ ਤੁਹਾਨੂੰ ਪਤਾ ਕਿ ਜਿਹੜਾ ਫੋਰਥ ਆਪਸ਼ਨ ਨਹੀਂ ਹੈ, ਥਰਡ ਨਹੀਂ ਪਤਾ, ਸੈਕੰਡ ਨਹੀਂ ਪਤਾ, ਤਾਂ ਤੁਸੀਂ ਪਹਿਲੇ ਕੀ ਐਲੀਮੀਨੇਟ ਕਰ ਦੋਗੇ, ਜਿੱਥੇ ਜਿੱਥੇ ਤੁਹਾਡੇ ਕੋਲ ਫੋਰਥ ਆ ਉਹਨਾਂ ਤੋਂ ਐਲੀਮੀਨੇਟ ਹੀ ਕਰ ਦੋਗੇ। ਫਿਰ ਤੁਹਾਡੇ ਕੋਲ ਸਿਰਫ 2 ਆਪਸ਼ਨ ਰਹਿਣਗੇ, 1 ਐਂਡ 3rd, 1 2 ਐਂਡ 3rd। ਕਲੀਅਰ। ਤਾਂ ਇਹ ਵੀ ਮੈਥਡ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜੋ ਤੁਹਾਡੀ ਨੌਲੇਜ ਹੈ ਉਹਨੂੰ ਤੁਸੀਂ ਅਪਲਾਈ ਕਿਸ ਤਰ੍ਹਾਂ ਕਰਨਾ ਹੈ। ਕੁਐਸਚਨ ਅਗਰ ਆਨਸਰ ਉਹਦਾ ਨਹੀਂ ਵੀ ਆਉਂਦਾ ਤਾਂ ਉੱਥੇ ਐਲੀਮੀਨੇਸ਼ਨ ਮੈਥਡ ਅਪਲਾਈ ਕਰ ਦੇਣਾ ਹੈ ਕਿ ਜੋ ਜੋ ਤੁਹਾਨੂੰ ਪਤਾ ਹੈ ਉਸ ਦੇ ਅਕੋਰਡਿੰਗਲੀ ਆਪਸ਼ਨਸ ਨੂੰ ਐਲੀਮੀਨੇਟ ਕਰੋ ਔਰ ਅਲਟੀਮੇਟਲੀ ਤੁਹਾਡੇ ਕੋਲੇ 1 ਜਾਂ 2 ਆਪਸ਼ਨ ਬਣ ਜਾਣਗੇ ਜਿਸ ਦੇ ਵਿੱਚੋਂ ਤੁਸੀਂ ਕੀ ਕਰ ਸਕਦੇ ਹੋ, ਕਰੈਕਟ ਆਨਸਰ ਆਪਣਾ ਜਿਹੜਾ ਮਾਰਕ ਕਰ ਸਕਦੇ ਹੋ। ਸੋ ਨੈਕਸਟ ਕੁਐਸਚਨ, क्वेश्चन 4th अपने को विच वन ऑफ द फॉलोइंग स्टेटमेंट इज करेक्ट, चेक करना कि करेक्ट केड़ी है। देखो ये भी चेक करा करो करेक्ट पूछा गया या इनकरेक्ट पूछा गया है। ये भी आप तो जल्दबाजी गलती हो जाती है। राइट्स आर द क्लेम्स ऑफ द स्टेट अगेंस्ट द सिटीजन। स्टेट थोड़ा ना क्लेम करती है अगेंस्ट द सिटीजन, करता कौन है, सिटीजन्स करते अगेंस्ट द स्टेट। सो राइट्स आर द क्लेम्स ऑफ द सिटीजन्स, क्लेम्स ऑफ द सिटीजन्स अगेंस्ट द स्टेट। स्टेट की केड़ी दी गल कर रहे हैं, स्टेट पंजाब की गल नहीं कर रहे, स्टेट उसकी गल कर रहे हैं जिसमें आप डिफाइन किया आर्टिकल 12 ਦੇ ਵਿੱਚ। ठीक है, तो वो वाली स्टेट की गल कर रहे हैं जिस गवर्नमेंट ऑफ इंडिया भी है, गवर्नमेंट ऑफ पंजाब भी है। ठीक है, पार्लीमेंट ऑफ इंडिया होएगा तुहाडे कोले, सिमिलरली कोई लोकल तुहाडे कोले अथॉरिटीज़ है जिस जो अंडर द कंट्रोल ऑफ गवर्नमेंट ऑफ इंडिया की, वो सारियां की तुहाडे कोल फॉर्म करदियां ने, इत्थे स्टेट करदियां ने। स्टेट दे राइट जिहड़े अपने सिटीजन की करता है क्लेम ऑफ द सिटीजन्स दे राइट नूं अगेंस्ट द स्टेट। स्टेट किहड़ी है, जिहड़ी आर्टिकल 12 दे विच आपां डिफाइन कीती है। नैक्सट इज इन द इंडियन कॉन्स्टिट्यूशन द राइट टू इक्वलिटी इज ग्रांटेड बाय 5 आर्टिकल्स। ਜਿਹੜਾ ਪਹਿਲਾ ਫੰਡਾਮੈਂਟਲ ਰਾਈਟ ਟੂ ਇਕੁਐਲਿਟੀ ਉਹ ਆਪਾਂ ਕੀ ਕੀਤਾ, ਡਿਸਕਸ ਕੀਤਾ ਸੀਗਾ 14 ਤੋਂ ਲੈ ਕੇ 18। ਸੋ ਆਨਸਰ ਆਪਣੇ ਕੋਲ ਤੁਹਾਡੇ ਕੋਲ ਕੀ ਆ ਗਿਆ, ਡਾਇਰੈਕਟ ਕੀ ਆ ਗਿਆ 14 to 18। ਉਸ ਤੋਂ ਬਾਅਦ ਜਿਹੜਾ ਸੈਕਿੰਡ ਆਪਾਂ ਡਿਸਕਸ ਕੀਤਾ ਸੀਗਾ ਰਾਈਟ ਟੂ ਫਰੀडम, ਉਹ ਆਪਾਂ ਕੀ ਹੈ, ਆਰਟੀਕਲ ਕੀ ਆਪਣੇ ਕੋਲ 19 to 22। ਉਸ ਤੋਂ ਥਰਡ ਰਾਈਟ ਅਗੇਂਸਟ ਐਕਸਪਲੋਇਟੇਸ਼ਨ, ਆਰਟੀਕਲ 23 ਤੋਂ ਲੈ ਕੇ 24। ਰਾਈਟ ਟੂ ਫਰੀडम ਆਫ ਰਿਲੀਜਨ है ना, ये ਜਿਹੜਾ ਸੀਗਾ ਨੈਕਸਟ ਆਪਣੇ ਕੋਲ ਫੰਡਾਮੈਂਟਲ ਰਾਈਟ ਸੀਗਾ, ਇਹ ਆਪਾਂ ਕਿੱਥੋਂ ਕੀਤਾ ਗਿਆ 25 ਤੋਂ ਲੈ ਕੇ 28। ਉਸ ਤੋਂ ਬਾਅਦ ਆਪਣੇ ਕੋਲ ਕੀ ਆ ਗਿਆ, ਕਲਚਰਲ ਐਂਡ ਐਜੂਕੇਸ਼ਨਲ ਰਾਈਟਸ, ਆਰਟੀਕਲ 29 ਤੋਂ ਲੈ ਕੇ
30 31 ਤੁਹਾਡੇ ਕੋਲ ਰਾਈਟ ਟੂ ਪ੍ਰੋਪਰਟੀ ਕੀ ਕਰਤਾ ਸੀਗਾ ਆਪਾਂ ਡਿਲੀਟ ਕਰਤਾ ਸੀਗਾ ਐਂਡ 32 ਤੁਹਾਡੇ ਕੋਲ ਕੀ ਆ ਹਾਰਟ ਐਂਡ ਸੋਲ ਆਫ ਦਾ ਕਨਸਟੀਟਿਊਸ਼ਨ ਲਾਸਟ ਫੰਡਾਮੈਂਟਲ ਰਾਈਟ ਹੈ ਰਾਈਟ ਟੂ ਕਨਸਟੀਟਿਊਸ਼ਨਲ ਰੈਮੀਡੀਜ਼ ਸੋ ਜਿਹੜਾ 5th ਕੁਐਸਚਨ ਹੈ ਇਹਦਾ ਜੋ ਆਨਸਰ ਹੈ ਕਰੈਕਟ ਆਨਸਰ ਇਜ਼ ਆਰਟੀਕਲ 14 ਟੂ ਆਰਟੀਕਲ 18 ਰਾਈਟ ਟੂ ਇਕੁਐਲਿਟੀ next at present the right to education in India is ਕੀ ਇਹ ਤੁਹਾਡੇ ਕੋਲ ਫੰਡਾਮੈਂਟਲ ਰਾਈਟ ਹੈ ਔਰ ਫੰਡਾਮੈਂਟਲ ਰਾਈਟ ਕਿਹੜਾ ਆਪਾਂ ਕੀਤਾ ਸੀਗਾ ਇਹ ਕਿਸ ਆਰਟੀਕਲ ਦੇ ਅੰਡਰ ਹੈ ਆਰਟੀਕਲ 21 ਏ ਦੇ ਔਰ ਇਹਨੂੰ ਆਪਾਂ ਕਦੋਂ ਇਨਸਰਟ ਕੀਤਾ ਵਿਦ ਹੈਲਪ ਆਫ 86th ਅਮੈਂਡਮੈਂਟ ਔਰ 86th ਅਮੈਂਡਮੈਂਟ ਹੋਈ ਕਦੋਂ ਸੀ ਆਪਣੇ ਕੋਲ ਦੋਸਤੋ 2002 ਦੇ ਵਿੱਚ ਕਲੀਅਰ ਉਸ ਦੇ ਨਾਲ ਆਪਾਂ ਦੋ ਥਾਂ ਤੇ ਹੋਰ ਚੇਂਜਸ ਕੀਤੀਆਂ ਸੀਗੀਆਂ ਇਹਦੇ ਨਾਲ ਕਿਹੜੀਆਂ ਚੇਂਜਸ ਸੀਗੀਆਂ ਹੋਰ ਆਪਣੇ ਕੋਲੇ ਇੱਕ ਤਾਂ ਆਪਾਂ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਉਸ ਦੇ ਵਿੱਚ ਜਿਹੜਾ ਆਰਟੀਕਲ ਸੀਗਾ ਉਹਦਾ ਇੱਕ ਤਾਂ ਸਬਜੈਕਟ ਮੈਟਰ ਸੀਗਾ ਜਿਹੜਾ ਉਹ ਆਪਾਂ ਚੇਂਜ ਕਰਤਾ ਸੀਗਾ ਦੂਸਰਾ ਆਪਾਂ ਕੀ ਕੀਤਾ ਸੀਗਾ ਇੱਕ ਫੰਡਾਮੈਂਟਲ ਡਿਊਟੀ ਆਪਾਂ ਇਨਸਰਟ ਕਰਤੀ ਸੀ 11th ਫੰਡਾਮੈਂਟਲ ਡਿਊਟੀ ਤੇ ਆਲਰੇਡੀ ਆਪਣੇ ਕੋਲ ਕਿੰਨੀਆਂ ਸੀਗੀਆਂ 10 ਫੰਡਾਮੈਂਟਲ ਡਿਊਟੀ ਸੀਗੀਆਂ ਬਟ ਵਿਦ ਦ ਹੈਲਪ ਆਫ 86th ਅਮੈਂਡਮੈਂਟ ਆਪਾਂ ਇੱਕ 11th ਫੰਡਾਮੈਂਟਲ ਡਿਊਟੀ ਵੀ ਜਿਹੜੀ ਸੀਗੀ ਇਨਸਰਟ ਕਰਤੀ ਸੀਗੀ ਸੋ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਸੋ ਐਟ ਪ੍ਰੈਜ਼ੈਂਟ ਰਾਈਟ ਟੂ ਐਜੂਕੇਸ਼ਨ ਇਜ਼ ਇਨ ਇੰਡੀਆ ਇਜ਼ ਅ ਫੰਡਾਮੈਂਟਲ ਰਾਈਟ ਔਰ ਕਿਸ ਆਰਟੀਕਲ ਦੇ ਅੰਡਰ ਆਉਂਦਾ ਹੈ ਤੁਹਾਡੇ ਕੋਲੇ 21 ਏ ਦੇ ਔਰ ਇਹਨੂੰ ਇਨਸਰਟ ਆਪਾਂ ਕਦੋਂ ਕੀਤਾ ਹੈਗਾ ਵਿਦ ਦ ਹੈਲਪ ਆਫ 86th ਅਮੈਂਡਮੈਂਟ 2002 ਦੇ ਵਿੱਚ ਇਹ ਆਲਰੇਡੀ ਆਪਾਂ ਡਿਸਕਸ ਕੀਤਾ ਹੋਇਆ ਜਸਟ ਤੁਹਾਡੀ ਕੁਐਸਚਨ ਦੇਖ ਰਹੇ ਹਾਂ ਔਰ ਸਾਰੇ ਦੋਸਤੋ ਜਿਹੜੇ ਕੁਐਸਚਨ ਆਪਾਂ ਕਰ ਰਹੇ ਹਾਂ ਐਗਜ਼ਾਮ ਦੇ ਵਿੱਚ ਆਏ ਹੋਏ ਆ ਤੁਹਾਡੇ ਨੈਕਸਟ ਫਰੀडम ਆਫ ਪ੍ਰੈਸ ਇਨ ਇੰਡੀਆ ਇਜ਼ ਆਪਾਂ ਆਲਰੇਡੀ ਕੀਤਾ ਸੀਗਾ ਜਦੋਂ ਆਰਟੀਕਲ 19 ਕਰ ਰਹੇ ਸੀਗੇ ਆਰਟੀਕਲ 19 ਦੇ ਵਿੱਚ ਆਪਾਂ ਕੀ ਕਰ ਸਕਦੇ ਕਿ ਯੂ ਆਰ ਫ੍ਰੀ ਟੂ ਐਕਸਪ੍ਰੈਸ ਯੂਰ ਆਈਡੀਆਜ਼ ਜਾਂ ਵਿਊਜ਼ ਜਾਂ ਓਪੀਨੀਅਨਸ with spoken words writing in painting picturing or any other medium of communication ਹੈ ਨਾ ਤਾਂ ਉਹ ਕੀ ਹੈ ਤੁਹਾਡੇ ਕੋਲ ਇਹ ਕੀ ਹੈ freedom of press ਜਿਹੜਾ ਆਉਂਦਾ ਹੈ available to the people under the law of parliament ਨਹੀਂ ਇਹ ਕੁਝ ਨਹੀਂ ਹੈ provided by the constitution implied in the right of freedom of the expression it means ਕਿ ਆਪਾਂ ਕਿਹਦੀ ਗੱਲ ਕਰ ਰਹੇ ਹਾਂ ਆਰਟੀਕਲ 19 ਦੀ ਗੱਲ ਕਰ ਰਹੇ ਹਾਂ ਤੁਹਾਨੂੰ ਉੱਥੇ ਵੀ ਮੈਂ ਦੱਸਿਆ ਸੀਗਾ ਇਹ ਦੁਬਾਰਾ ਤੁਹਾਡਾ ਕੀ ਹੈ ਕੁਐਸਚਨ ਐਗਜ਼ਾਮ ਦੇ ਵਿੱਚ ਆਇਆ ਹੋਇਆ ਸੋ ਇਹਦਾ ਦਾ ਕੀ ਆਪਣੇ ਕੋਲ ਜਿਹੜਾ ਫਰੀडम ਆਫ ਪ੍ਰੈਸ ਕਿਸ ਆਰਟੀਕਲ ਦੇ ਅੰਡਰ ਆਉਂਦਾ ਹੈ ਅੰਡਰ ਆਰਟੀਕਲ 19 ਔਰ ਆਰਟੀਕਲ 19 ਤੁਹਾਡੇ ਕੋਲ ਕੀ ਹੈ ਜਿਹੜਾ ਪ੍ਰੋਟੈਕਸ਼ਨ ਆਪਾਂ ਨੂੰ ਪ੍ਰੋਵਾਈਡ ਕਰਦਾ ਹੈ 6 ਰਾਈਟਸ ਦੀ ਹੈ ਨਾ ਸਪੀਚ ਐਂਡ ਐਕਸਪ੍ਰੈਸ਼ਨ ਆ ਜਿਹੜਾ ਕਲੌਜ਼ ਸਬ ਕਲੌਜ਼ 1 ਦੇ ਵਿੱਚ ਆਉਂਦਾ ਹੈ 19 ਸਬ ਕਲੌਜ਼ 1 ਉਹਦਾ ਨਾਮ ਕੀ ਹੈ ਤੁਹਾਡੇ ਕੋਲ ਸਪੀਚ ਐਂਡ freedom of speech and expression so ਇਹਦਾ ਆਨਸਰ ਤੁਹਾਡੇ ਕੋਲ ਥਰਡ ਆ ਗਿਆ ਨੈਕਸਟ ਕੀ ਹੈ which of the following article is considered to be the heart and soul of the Indian constitution so ਇਹ ਤਾਂ ਆਪਾਂ ਗੱਲ ਕਰ ਹੀ ਚੁੱਕੇ ਪਹਿਲੇ ਆਰਟੀਕਲ 32 ਔਰ ਹਾਰਟ ਐਂਡ ਸੋਲ ਕਿਸਨੇ ਬੋਲਿਆ ਸੀਗਾ ਡਾਕਟਰ BR ਅੰਬੇਦਕਰ ਜੀ ਨੇ ਔਰ ਤੁਹਾਡਾ ਕੀ ਉਹਦਾ ਨਾਮ ਕੀ ਹੈ ਰਾਈਟ ਟੂ ਕਨਸਟੀਟਿਊਸ਼ਨਲ ਰੈਮੀਡੀਜ਼ ਆਰਟੀਕਲ 32 ਔਰ ਦੂਸਰਾ ਸੋਲ ਆਫ ਦਾ ਕਨਸਟੀਟਿਊਸ਼ਨ ਕਿਸ ਨੂੰ ਬੋਲਿਆ ਸੀਗਾ ਪ੍ਰੀਐਂਬਲ ਨੂੰ ਔਰ ਬੋਲਿਆ ਕਿਸ ਨੇ ਸੀਗਾ ਠਾਕੁਰ ਦਾਸ ਭਾਰਗਵ ਜੀ ਨੇ ਬੋਲਿਆ ਸੀਗਾ ਕਲੀਅਰ ਸੋ ਨੈਕਸਟ ਕੁਐਸਚਨ ਮੈਚ ਦਾ ਫੋਲੋਇੰਗ ਰਿਟਸ ਦੀ ਆਪਾਂ ਗੱਲ ਕਰ ਰਹੇ ਹਾਂ ਹਰ ਇੱਕ ਦਾ ਆਪਾਂ ਮੀਨਿੰਗ ਦੇਖਣਾ ਹੈ ਲਾਸਟ ਲੈਕਚਰ 'ਚ ਆਪਾਂ ਡਿਸਕਸ ਕੀਤਾ ਸੀਗਾ ਕਿ ਅੰਡਰ ਆਰਟੀਕਲ 32 ਸੁਪਰੀਮ ਕੋਰਟ ਰਿਟਸ ਇਸ਼ੂ ਕਰ ਸਕਦਾ ਹੈ ਅੰਡਰ ਆਰਟੀਕਲ 226 ਹਾਈ ਕੋਰਟ ਆਪਾਂ ਨੂੰ ਰਿਟਸ ਜਿਹੜਾ ਹੈਗਾ ਇਸ਼ੂ ਕਰ ਸਕਦਾ ਹੈ ਟੂ ਪ੍ਰੋਟੈਕਟ ਆਰ ਫੰਡਾਮੈਂਟਲ ਰਾਈਟਸ ਅਗਰ ਫੰਡਾਮੈਂਟਲ ਰਾਈਟਸ ਤੁਹਾਡੇ ਵਾਇਓਲੇਟ ਹੁੰਦੇ ਆ ਉਸ ਕੇਸ ਦੇ ਵਿੱਚ ਆਰਟੀਕਲ 32 ਦੇ ਅਨੁਸਾਰ ਸੁਪਰੀਮ ਕੋਰਟ ਔਰ ਆਰਟੀਕਲ 226 ਦੇ ਨਾਲ ਹਾਈ ਕੋਰਟ ਜਿਹੜਾ ਹੈਗਾ ਉਹ ਰਿਟਸ ਇਸ਼ੂ ਕਰ ਸਕਦਾ ਹੈ 5 ਟਾਈਪਸ ਦੀਆਂ ਆਪਣੇ ਕੋਲ ਰਿਟਸ ਹੈ ਇਹਦੇ 4 ਦੀ ਡੈਫੀਨੇਸ਼ਨ ਆਲਮੋਸਟ ਤੁਹਾਡੇ ਕੋਲ ਪਈ ਹੈ ਪਹਿਲੇ ਕੀ ਹੈ ਹੇਬਸ ਕਾਰਪਸ ਦਾ ਮਤਲਬ ਕੀ ਹੁੰਦਾ ਹੈ ਆਪਾਂ ਗੱਲ ਕੀਤੀ ਸੀ ਟੂ ਹੈਵ ਅ ਬੋਡੀ ਹੈ ਨਾ ਮਤਲਬ ਕੀ ਹੈ ਅਗਰ ਤੁਹਾਨੂੰ ਇਲੀਗਲੀ ਤੁਹਾਨੂੰ ਡਿਟੇਨ ਕੀਤਾ ਹੋਇਆ ਹੈਗਾ ਉਸ ਕੇਸ ਦੇ ਵਿੱਚ ਕੀ ਹੈ ਤੁਸੀਂ ਜਿਹੜੀ ਇਸ਼ੂ ਹੋਏਗੀ ਸੁਪਰੀਮ ਕੋਰਟ ਜਾਂ ਹਾਈ ਕੋਰਟ ਤੋਂ ਹੋਏਗੀ ਹੇਬਸ ਕਾਰਪਸ ਇਹ ਕੀ ਹੈ ਰੋਂਗਫੁਲ ਕਨਫਾਈਨਮੈਂਟ ਹੈ ਨਾ ਤਾਂ ਪਹਿਲੇ ਦਾ ਕੀ ਆ ਗਿਆ ਸੈਕਿੰਡ ਉਸ ਤੋਂ ਬਾਅਦ ਕੀ ਹੈ ਮੈਂਡੇਮਸ ਕੀ ਹੈ ਮੈਂਡੇਮਸ ਬੇਸਿਕਲੀ ਹੁੰਦੀ ਕੀ ਹੈ ਤੁਹਾਡੇ ਕੋਲੇ ਕਮਾਂਡ ਹੋਏਗੀ ਹਾਇਰ ਅਥਾਰਟੀ ਟੂ ਦਾ ਲੋਅਰ ਅਥਾਰਟੀ ਹੈ ਨਾ ਇਨ ਕੇਸ ਤੁਹਾਡੇ ਕੋਲੇ ਕੀ ਹੈ ਜਿਹੜਾ ਪਬਲਿਕ ਅਫੀਸ਼ੀਅਲ ਆ ਉਹ ਤੁਹਾਡਾ ਕੰਮ ਨਹੀਂ ਕਰ ਰਿਹਾ ਹੈਗਾ ਤੁਹਾਨੂੰ ਟਾਈਮ ਬਾਉਂਡ ਕਰਨ ਦੇ ਲਈ ਜਿਹੜੀ ਕਮਾਂਡ ਆ ਸੁਪਰੀਮ ਕੋਰਟ ਦੇ ਸਕਦੀ ਹੈ ਜਾਂ ਹਾਈ ਕੋਰਟ ਦਾ ਦੇ ਸਕਦੀ ਹੈ ਉਹਨੂੰ ਕੀ ਆਪਾਂ ਬੋਲਾਂਗੇ ਮੈਂਡੇਮਸ ਸਰਕੂਲਰੀ ਕੀ ਹੋਏਗੀ ਸਪੋਜ਼ ਤੁਹਾਡੇ ਕੋਲ ਜਜਮੈਂਟ ਆ ਗਈ ਹੈ ਔਰ ਜਜਮੈਂਟ ਦੇ ਵਿੱਚ ਤੁਹਾਨੂੰ ਲੱਗਿਆ ਹੈਗਾ ਕਿ ਤੁਹਾਨੂੰ ਜਸਟਿਸ ਨਹੀਂ ਮਿਲਿਆ ਹੈਗਾ ਤਾਂ ਉਸ ਜਜਮੈਂਟ ਨੂੰ ਹੈ ਨਾ ਤੁਸੀਂ ਕੀ ਕਰੋਗੇ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਵਿੱਚ
उसनूं चैलेंज कर दोगे। और अगर सुप्रीम कोर्ट ਨੂੰ ਲੱਗੇਗਾ ਕਿ ਵਾਕਈ ਤੁਹਾਡਾ ਜਿਹੜੀ ਜਜਮੈਂਟ ਹੈ ਲੋਅਰ ਕੋਰਟ ਦੀ ਉਹ ਬੇਸਡ ਔਨ ਦਾ ਮੈਰਿਟ ਨਹੀਂ ਹੈ, ਤਾਂ ਉਸ ਕੇਸ ਦੇ ਵਿੱਚ ਜਿਹੜਾ ਲੋਅਰ ਕੋਰਟ ਦੀ ਜਜਮੈਂਟ ਜੋ ਹੋਏਗੀ ਜਾਂ ਲੋਅਰ ਕੋਰਟ ਦਾ ਜੋ ਡਿਸੀਜਨ ਹੋਏਗਾ ਉਹਨੂੰ ਸੁਪਰੀਮ ਕੋਰਟ ਜਾਂ ਹਾਈ ਕੋਰਟ ਕੀ ਕਰ ਦੇਗਾ, ਕੁਐਸ਼ ਕਰ ਦੇਗਾ। ਕੁਐਸ਼ ਕਰ ਦੇਗਾ ਮਤਲਬ ਕਿ ਉਹਦੀ ਜਜਮੈਂਟ ਨੂੰ ਕੈਂਸਲ ਕਰ ਦੇਗਾ, ਸੈਟ ਅਸਾਈਡ ਕਰ ਦੇਗਾ। ਸੋ ਇਹਦਾ ਕੀ ਆ ਗਿਆ, ਕੁਐਸ਼ਿੰਗ ਦਾ ਆਰਡਰ ਆਫ ਦਾ ਲੋਅਰ ਅਥਾਰਟੀ ਜਾਂ ਲੋਅਰ ਕੋਰਟ। ਕਿਊ ਵਾਰੰਟੋ ਦਾ ਮਤਲਬ ਕੀ ਹੈ ਕਿ ਅਗਰ ਤੁਹਾਡੇ ਕੋਲੇ ਕੀ ਹੈ ਇਲੀਗਲ ਆਕੂਪੇਸ਼ਨ ਆਫ ਦਾ ਪਬਲਿਕ ਆਫਿਸ, ਤੁਹਾਨੂੰ ਲੱਗਦਾ ਕਿ ਉਹ ਬੰਦਾ ਉਸ ਲਈ ਐਲੀਜੀਬਲ ਨਹੀਂ ਹੈ, ਤਾਂ ਉਸ ਕੇਸ ਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ, ਚੈਲੰਜ ਕਰ ਸਕਦੇ ਹੋ ਉਸਦੀ ਸੀਟ ਨੂੰ, ਉਸਦੀ ਜਿਹੜੀ ਅਥਾਰਟੀ ਜਿਸ ਅਥਾਰਟੀ ਤੋਂ ਬੈਠਾ ਹੈਗਾ ਪਬਲਿਕ ਆਫਿਸ ਨੂੰ ਦੇ ਵਿੱਚ ਉਹਨੂੰ ਤੁਸੀਂ ਚੈਲੰਜ ਕਰ ਸਕਦੇ ਹੋ ਕਿਊ ਵਾਰੰਟੋ ਦੇ ਨਾਲ। ਸੋ ਦੇਖੋ ਫਸਟ ਦਾ ਕੀ ਹੈ 2, ਮੈਂਡਮਸ ਕੀ ਹੈ, ਸੈਕਿੰਡ ਦਾ ਕੀ ਹੈ 1, ਫਸਟ ਦਾ 2, ਸੈਕਿੰਡ ਦਾ 1, ਸੈਰਚੂਰੀ ਕੀ ਹੈ ਤੁਹਾਡੇ ਕੋਲੇ, ਥਰਡ ਦਾ ਕੀ ਹੈ ਨਹੀਂ ਇਹ ਕੀ ਹੈ ਥਰਡ ਦਾ ਥਰਡ, ਇਹ ਤਾਂ ਗਲਤ ਹੋ ਗਿਆ ਥਰਡ ਦਾ ਥਰਡ। ਫਿਰ ਸੈਰਚੂਰੀ ਥਰਡ ਦਾ ਕੀ ਹੋਣਾ ਚਾਹੀਦਾ ਹੈਗਾ, ਥਰਡ ਦਾ ਫੋਰਥ ਹੋਣਾ ਚਾਹੀਦਾ, ਐਂਡ ਫੋਰਥ ਦਾ ਤੁਹਾਡੇ ਕੋਲ ਕੀ ਹੋਣਾ ਚਾਹੀਦਾ ਹੈਗਾ, ਫੋਰਥ ਦਾ ਤੁਹਾਡਾ ਹੋਣਾ ਚਾਹੀਦਾ ਥਰਡ। ਸੋ ਇਸ ਕੇਸ ਦੇ ਵਿੱਚ ਦੋਸਤੋ ਆਪਣੇ ਕੋਲ ਆਨਸਰ ਕੀ ਹੈ, ਬੀ ਆਨਸਰ ਹੈ। ਬੜੇ ਧਿਆਨ ਨਾਲ ਕਰਨ ਦੀ ਜ਼ਰੂਰਤ ਹੈ ਇਹਨਾਂ ਨੂੰ, ਜਿਹੜਾ ਮੈਚ ਦਾ ਫੋਲੋਇੰਗ ਦੇ ਵਿੱਚ ਹੁੰਦਾ ਹੈਗਾ। ਇਹਦੇ 'ਚ 2 ਆਪਸ਼ਨ ਤੁਹਾਡੀਆਂ ਠੀਕ ਸੀਗੀਆਂ, ਲੇਕਿਨ ਲਾਸਟ ਵਾਲੀਆਂ 2 ਤੁਹਾਡੀਆਂ ਕੀ ਕੀਤੀਆਂ ਹੋਈਆਂ, ਇੰਟਰਚੇਂਜ ਕੀਤੀਆਂ ਹੋਈਆਂ। ਇਹਨੂੰ ਬਿਲਕੁਲ ਕਲੀਅਰਲੀ ਔਰ ਬੜੇ ਆਰਾਮ ਨਾਲ ਅਟੈਂਪਟ ਕਰਨਾ ਹੈਗਾ, ਕਲੀਅਰ। ਸੋ ਜਿਹੜਾ 9th ਕੁਐਸਚਨ ਉਹਦਾ ਆਨਸਰ ਕੀ ਹੈ, ਬੀ ਆਨਸਰ। in which part of the constitution the fundamental rights are mentioned। ਸਭ ਤੋਂ ਈਜ਼ੀ ਕੁਐਸਚਨ ਹੈ ਔਰ ਪੰਜਾਬ ਦੇ ਇੱਕ ਐਗਜ਼ਾਮ 'ਚ ਆਇਆ ਹੋਇਆ ਹੈ। ਅਗਰ ਦੋਸਤੋ ਤੁਹਾਡਾ ਇਹ ਵੀ ਕੁਐਸਚਨ ਗਲਤ ਹੋ ਰਿਹਾ ਹੈ ਕਿ ਐਗਜ਼ਾਮ ਦੇ ਵਿੱਚ, ਤਾਂ ਮੈਂ ਤੁਹਾਨੂੰ ਸੁਜੈਸਟ ਕਰੂੰਗਾ ਕਿ ਤੁਸੀਂ ਬੇਸ਼ੱਕ ਜਿਹੜੀ ਇਹਦੀ ਪ੍ਰੈਪਰੇਸ਼ਨ ਹੈ ਉਹ ਬੰਦ ਕਰ ਦਿਓ ਆਪਣੀ, ਹੈ ਨਾ, ਕਿਸੇ ਹੋਰ ਕੰਮ 'ਚ ਧਿਆਨ ਦਿਓ, ਕਿਉਂਕਿ ਇੰਨਾ ਕੁ ਈਜ਼ੀ ਕੁਐਸਚਨ ਹੈ, ਬਿਲਕੁਲ ਫ੍ਰੀ ਦੇ ਨੰਬਰ ਹੈ। ਹਰ ਇੱਕ ਜਿਹੜੀ ਸਲਾਈਡ ਦੇ ਵਿੱਚ ਆਪਾਂ ਇਹ ਗੱਲ ਕਰਦੇ ਹਾਂ ਕਿ ਪਾਰਟ 3 ਦੇ ਵਿੱਚ ਕੀ ਹੈ, ਫੰਡਾਮੈਂਟਲ ਰਾਈਟਸ, ਆਰਟੀਕਲ 12 ਤੋਂ ਲੈ ਕੇ ਆਰਟੀਕਲ 35 ਤੱਕ, ਕਲੀਅਰ। ਸੋ ਇਹ ਕੀ ਹੈ, ਸਭ ਤੋਂ ਈਜ਼ੀ ਕੁਐਸਚਨ ਸੀਗਾ ਆਪਣੇ ਟੌਪਿਕ ਦਾ, ਫੰਡਾਮੈਂਟਲ ਰਾਈਟਸ ਦਾ। ਨੈਕਸਟ ਇਜ਼ which article of the Indian Constitution ensures the free and compulsory education for all children between the age 6 to 14। ਇਹ ਤਾਂ ਆਪਾਂ ਡਿਸਕਸ ਕਰਕੇ ਹੀ ਹਟੇ ਹਾਂ ਪਹਿਲੇ ਕਿ 86 ਦੇ ਨਾਲ ਆਪਾਂ ਇੱਕ ਕੀਤਾ ਸੀਗਾ ਰਾਈਟ ਟੂ ਐਜੂਕੇਸ਼ਨ, ਜਿਹੜਾ ਫੰਡਾਮੈਂਟਲ ਰਾਈਟਸ ਦੇ ਵਿੱਚ ਐਡ ਕੀਤਾ ਸੀਗਾ, ਉਹ ਤੁਹਾਡੇ ਕੋਲ ਆਪਸ਼ਨ ਕੀ ਆ ਗਿਆ, ਬੀ ਆ ਗਿਆ। ਔਰ ਕਦੋਂ ਹੋਈ ਸੀ 86th ਅਮੈਂਡਮੈਂਟ, 2002 ਦੇ ਵਿੱਚ, ਜਿਸ ਦੇ ਨਾਲ ਆਪਾਂ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਉਸ ਦੇ ਵਿੱਚ ਵੀ ਇੱਕ ਚੇਂਜ ਕੀਤੀ, ਸਬਜੈਕਟ ਮੈਟਰ ਚੇਂਜ ਕੀਤਾ ਸੀਗਾ, ਔਰ ਇੱਕ ਫੰਡਾਮੈਂਟਲ ਡਿਊਟੀਜ਼ ਦੇ ਵਿੱਚ ਵੀ ਆਪਾਂ 11th ਫੰਡਾਮੈਂਟਲ ਡਿਊਟੀ ਜਿਹੜੀ ਸੀਗੀ ਉਹ ਐਡ ਕਰਤੀ ਵਿਦ ਦਾ ਹੈਲਪ ਆਫ 86th ਅਮੈਂਡਮੈਂਟ, ਕਲੀਅਰ। ਬਾਕੀ 21, 28, 22A, 23A ਇਹਨਾਂ ਨੂੰ ਡਿਸਕਸ ਕਰਨ ਦੀ ਜ਼ਰੂਰਤ ਨਹੀਂ ਹੈ। ਨੈਕਸਟ ਕੁਐਸਚਨ ਦੇਖੋ, ਕੰਸੀਡਰ ਦਾ ਫੋਲੋਇੰਗ ਰਾਈਟ ਟੂ ਐਜੂਕੇਸ਼ਨ, ਰਾਈਟ ਟੂ ਸੋਸ਼ਲ ਸਿਕਿਉਰਿਟੀ, ਰਾਈਟ ਟੂ ਫੂਡ, ਵਿਚ ਆਫ ਦਾ ਅਬਵ is are human right ਜਾਂ human rights under universal declaration of human rights। ਦੇਖੋ ਦੋਸਤੋ ਇਹਦੇ ਵਿੱਚ ਕੀ ਹੋਇਆ ਸੀਗਾ ਕਿ ਜਦੋਂ ਇਹ ਡੈਕਲੇਰੇਸ਼ਨ ਹੋਈ ਸੀਗੀ ਤਾਂ ਉਸ ਪੇਪਰ ਦੇ ਉੱਪਰ ਆਲਮੋਸਟ 29 ਤੋਂ 30 ਜਿਹੜੇ ਹੈਗੇ ਰਾਈਟਸ ਉਹਨਾਂ ਨੂੰ ਇਨਕਲੂਡ ਕੀਤਾ ਗਿਆ ਸੀਗਾ, ਜਿਸ ਦੇ ਵਿੱਚ ਕੀ ਸੀਗਾ, ਰਾਈਟ ਟੂ ਐਜੂਕੇਸ਼ਨ ਵੀ ਸੀ, ਰਾਈਟ ਟੂ ਸੋਸ਼ਲ ਸਿਕਿਉਰਿਟੀ, ਰਾਈਟ ਟੂ ਫੂਡ, ਰਾਈਟ ਟੂ ਲਾਈਫ, ਰਾਈਟ ਟੂ ਲਿਬਰਟੀ ਜਾਂ ਰਾਈਟ ਟੂ ਪ੍ਰਾਈਵੇਸੀ, ਹੈ ਨਾ। ਇਹ ਸਾਰੇ ਆਲਮੋਸਟ 29 ਤੋਂ 30 ਜਿਹੜੇ ਰਾਈਟਸ ਨੂੰ ਕਲੱਬ ਕਰ ਲਿਆ ਸੀਗਾ, ਉਹਨੂੰ ਆਪਾਂ ਕੀ ਬੋਲਦੇ ਸੀਗੇ, ਯੂਨੀਵਰਸਲ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ। ਤਾਂ ਇਹਦਾ ਆਨਸਰ ਕੀ ਹੋਏਗਾ, 1, 2 ਐਂਡ 3, ਡੀ ਇਜ਼ ਦਾ correct answer। Next is which constitutional amendment deleted the right to property from part 3 of the constitution। ਇਹ ਵੀ ਆਪਾਂ ਬਹੁਤ ਵਾਰੀ ਗੱਲ ਕਰ ਚੁੱਕੇ ਹਾਂ ਕਿ ਜਿਹੜੀ 44th amendment ਹੋਈ ਸੀਗੀ 1978 ਦੇ ਵਿੱਚ, ਜਨਤਾ ਗਵਰਨਮੈਂਟ ਸੀਗੀ, ਮੁਰਾਰਜੀ ਦੇਸਾਈ ਵਾਸ ਦਾ ਪ੍ਰਾਈਮ ਮਿਨਿਸਟਰ, ਤਾਂ ਰਾਈਟ ਟੂ ਪ੍ਰਾਪਰਟੀ ਨੂੰ ਆਪਾਂ ਫੰਡਾਮੈਂਟਲ ਰਾਈਟਸ ਦੇ ਵਿੱਚੋਂ ਡਿਲੀਟ ਕਰਕੇ ਕੀ ਕਰਤਾ ਸੀਗਾ, ਉਸਨੂੰ ਲੀਗਲ ਰਾਈਟ ਬਣਾਤਾ ਸੀਗਾ ਅੰਡਰ ਆਰਟੀਕਲ 300A, ਕਲੀਅਰ। ਉਹ ਤੁਹਾਡੀ ਸੀਗੀ 44th ਅਮੈਂਡਮੈਂਟ, ਔਰ ਇਹ ਹੋਈ ਕਦੋਂ ਸੀਗੀ ਤੁਹਾਡੀ 1978 ਦੇ ਵਿੱਚ। 42nd ਦੇ ਵਿੱਚ ਦੋਸਤੋ ਤੁਹਾਨੂੰ ਪਤਾ ਹੀ ਹੈ ਇਹ ਕਦੋਂ ਹੋਈ ਸੀਗੀ 1976 ਦੇ ਵਿੱਚ, ਜਿਸ ਦੇ ਵਿੱਚ 3 ਵਰਡਸ ਇੰਟਰੋਡਿਊਸ ਕੀਤੇ ਗਏ ਸੀਗੇ, ਸੋਸ਼ਲਿਸਟ, ਸੈਕੂਲਰ ਐਂਡ ਇੰਟੀਗ੍ਰਿਟੀ, ਕਲੀਅਰ। ਔਰ ਦੂਸਰਾ ਵੀ ਕੀ ਸੀਗਾ, ਇੱਕ ਫੰਡਾਮੈਂਟਲ ਡਿਊਟੀਜ਼ ਵੀ ਐਡ ਕੀਤੀਆਂ ਗਈਆਂ ਸੀਗੀਆਂ, 10 ਫੰਡਾਮੈਂਟਲ ਡਿਊਟੀਜ਼ ਔਨ ਦਾ ਰეკਮੈਂਡੇਸ਼ਨ ਆਫ ਸਵਰਨ ਸਿੰਘ ਕਮੇਟੀ। ਇਹ ਆਪਾਂ ਅੱਗੇ ਡਿਸਕਸ ਕਰਨੀਆਂ ਨੇ ਫੰਡਾਮੈਂਟਲ ਡਿਊਟੀਜ਼। ਅੱਗੇ ਦੋਸਤੋ ਆਪਣੇ ਕੋਲ ਆ ਗਈ 21st ਅਮੈਂਡਮੈਂਟ। ਇਹ ਕੀ ਹੈ, 21st ਅਮੈਂਡਮੈਂਟ ਹੋਈ ਸੀਗੀ ਤੁਹਾਡੇ ਕੋਲ 1967 ਦੇ ਵਿੱਚ। ਇਹ ਸਾਰੀਆਂ ਇੰਪੋਰਟੈਂਟ ਨਹੀਂ, ਤੁਹਾਨੂੰ ਪਤਾ ਹੋਣਾ ਚਾਹੀਦਾ, ਇਹਦਾ ਅਲੱਗ ਤੋਂ ਕੁਐਸਚਨ ਫਰੇਮ ਹੋ ਸਕਦਾ ਹੈ। ਸੋ 21st ਅਮੈਂਡਮੈਂਟ ਹੋਈ ਸੀਗੀ ਜਿਹੜੀ 1967 ਦੇ ਵਿੱਚ। ਉਹਦੇ 'ਚ ਕੀ ਹੋਇਆ ਸੀਗਾ ਤੁਹਾਡੇ ਕੋਲੇ, ਜਿਹੜੀ ਸ਼ਡਿਊਲ 8 ਹੈ,
ਸ਼ਡਿਊਲ 8 ਦੇ ਵਿੱਚ ਆਪਾਂ ਜਿਹੜੀ ਸੀਗੀ 15th ਲੈਂਗੁਏਜ ਆਪਾਂ ਐਡ ਕਰਤੀ ਸੀਗੀ ਸਿੰਧੀ। ਕਲੀਅਰ। ਔਰ ਉਸ ਤੋਂ ਬਾਅਦ ਕੀ ਹੈ 61 ਅਮੈਂਡਮੈਂਟ 61 ਦੇ ਕਦੋਂ ਹੋਈ ਸੀਗੀ 1979 ਔਰ ਇਹਦੇ 'ਚ ਹੋਇਆ ਵੀ ਸੌਰੀ 1989 ਔਰ ਆਪਾਂ ਇੱਥੇ ਕੀ ਕੀਤੀ ਜਿਹੜੀ ਵੋਟਿੰਗ ਏਜ ਸੀਗੀ ਉਹ ਰਿਡਿਊਸ ਕਰਤੀ ਸੀਗੀ 21 ਸਾਲ ਤੋਂ 18 ਸਾਲ ਦੇ ਵਿੱਚ। ਠੀਕ ਹੈ। ਜਦੋਂ ਤੁਹਾਡਾ ਇਲੈਕਸ਼ਨ ਕਮਿਸ਼ਨ ਸੀਗਾ ਉਹਨੂੰ ਆਪਾਂ ਕੀ ਬਣਾਤਾ ਸੀਗਾ 3 ਮੈਂਬਰ ਜਿਹੜਾ ਕਮੇਟੀ ਬਣਾਤੀ ਸੀਗੀ। ਪਹਿਲੇ ਆਪਣੇ ਕੋਲ ਸੀ ਸਿਰਫ ਚੀਫ ਇਲੈਕਸ਼ਨ ਕਮਿਸ਼ਨਰ ਹੀ ਹੁੰਦਾ ਸੀਗਾ, ਹੈ ਨਾ। ਉਸ ਤੋਂ ਬਾਅਦ ਕੀ ਹੈ ਸੋ ਇਸ ਦਾ ਕਰੈਕਟ ਆਨਸਰ ਆਪਣੇ ਕੋਲ ਕੀ ਹੈ 44th ਅਮੈਂਡਮੈਂਟ ਨਾਲ ਆਪਾਂ ਕੀ ਕੀਤਾ ਕੀ ਹੈ ਰਾਈਟ ਟੂ ਪ੍ਰਾਪਰਟੀ ਨੂੰ ਡਿਲੀਟ ਕਰਤਾ ਗਿਆ। ਫੰਡਾਮੈਂਟਲ ਰਾਈਟਸ ਦੀ ਲਿਸਟ ਦੇ ਵਿੱਚੋਂ 7 ਤੋਂ ਰਿਡਿਊਸ ਹੋ ਗਿਆ, ਆਪਣੇ ਕੋਲ ਕੀ ਰਹਿ ਗਏ ਆ 6 ਫੰਡਾਮੈਂਟਲ ਰਾਈਟਸ ਰਹਿ ਗਏ। ਨੈਕਸਟ ਕੁਐਸਚਨ ਇਜ਼ which of the following fundamental rights provides the protection against double jeopardy। ਇਹ ਆਪਾਂ ਡਿਸਕਸ ਕੀਤਾ ਹੋਇਆ ਹੈਗਾ। ਡਬਲ jeopardy ਆਪਣਾ ਕਿਸੇ ਆਰਟੀਕਲ ਦੇ ਅੰਡਰ ਹੈ ਆਰਟੀਕਲ 20 ਦੇ ਵਿੱਚ। ਇਸ ਦੇ ਵਿੱਚ ਆਪਾਂ 3 ਕਲੌਜ਼ ਕੀਤੇ ਸੀਗੇ। ਫਸਟ ਕਲੌਜ਼ ਦੇ ਵਿੱਚ ਆਪਾਂ ਕੀ ਲਿਖਿਆ ਸੀਗਾ ਆਰਟੀਕਲ 20 ਸਬ ਕਲੌਜ਼ 1 ਉਹਦੇ 'ਚ ਆਪਾਂ ਲਿਖਿਆ ਸੀ ਨੋ ਐਕਸ ਪੋਸਟ ਫੈਕਟੋ ਲਾਅ। ਇਹਦਾ ਮਤਲਬ ਕੀ ਸੀਗਾ ਕਿ ਜਿਸ ਟਾਈਮ ਤੁਸੀਂ ਕੋਈ ਕ੍ਰਾਈਮ ਕਰਦੇ ਹੋ ਜੋ ਲਾਅ ਬਣਿਆ ਹੋਇਆ ਉਸ ਦੇ ਅਕੋਰਡਿੰਗਲੀ ਉਸ ਨੂੰ ਕ੍ਰਾਈਮ ਨੂੰ ਡਿਫਾਈਨ ਕਰੋਗੇ ਔਰ ਉਸ ਦੇ ਅਕੋਰਡਿੰਗਲੀ ਹੀ ਤੁਹਾਨੂੰ ਪਨਿਸ਼ਮੈਂਟ ਮਿਲੇਗੀ। ਉਸ ਤੋਂ ਬਾਅਦ ਸੀਗਾ ਸੈਕਿੰਡ ਆਪਣੇ ਕੋਲ ਸੀਗਾ ਇਸ ਦੇ ਵਿੱਚ ਨੋ ਡਬਲ jeopardy। ਨੋ ਡਬਲ jeopardy ਦਾ ਮਤਲਬ ਕੀ ਸੀਗਾ ਜਿਸ ਦੀ ਇਹ ਗੱਲ ਕਰ ਰਹੇ ਹਾਂ ਇਹਦਾ ਮੀਨਿੰਗ ਇਹ ਸੀਗਾ ਕਿ ਜੁਡੀਸ਼ੀਅਲ ਨੇਚਰ ਦੇ ਵਿੱਚ ਇੱਕ ਸੇਮ ਕ੍ਰਾਈਮ ਦੇ ਲਈ ਤੁਹਾਨੂੰ 2 ਵਾਰ ਸਜ਼ਾ ਨਹੀਂ ਦਿੱਤੀ ਜਾ ਸਕਦੀ, ਹੈ ਨਾ। ਅਗਰ ਹਾਈ ਕੋਰਟ ਨੇ ਤੁਹਾਨੂੰ ਇੱਕ ਵਾਰੀ ਸਜ਼ਾ ਦੇਤੀ ਹੈ ਇਹ ਨਹੀਂ ਕਿ ਉਸੇ ਕੇਸ ਦੇ ਵਿੱਚ ਤੁਹਾਨੂੰ 2 ਸਾਲ ਬਾਅਦ ਦੁਬਾਰਾ ਹਾਈ ਕੋਰਟ ਕੇਸ ਨੂੰ ਰੀਓਪਨ ਕਰੇਗਾ ਔਰ ਦੁਬਾਰਾ ਤੁਹਾਡੀ ਜਿਹੜੀ ਸਜ਼ਾ ਉਹ ਫਿਰ ਦੁਬਾਰਾ ਤੋਂ ਦੂਸਰੀ ਸਜ਼ਾ ਦੇਗਾ। ਸੋ ਇੱਕ ਸਿੰਗਲ ਕ੍ਰਾਈਮ ਦੇ ਵਿੱਚ ਡਬਲ ਜਿਹੜੀ 2 ਵਾਰ ਤੁਹਾਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ। ਇਹ ਵੀ ਤੁਹਾਨੂੰ ਕੌਣ ਪ੍ਰੋਟੈਕਟ ਕਰਦਾ ਹੈ ਆਰਟੀਕਲ 20। ਆਰਟੀਕਲ 20 ਜਿਹਦਾ ਨਾਮ ਮੀਨਿੰਗ ਕੀ ਹੈ ਨਾਮ ਕੀ ਹੈ ਪ੍ਰੋਟੈਕਸ਼ਨ ਇਨ ਰਿਸਪੈਕਟ ਆਫ ਕਨਵੈਕਸ਼ਨ ਫॉर ਅਫੈਂਸਸ, ਹੈ ਨਾ। ਥਰਡ ਇਹਦੇ 'ਚ ਜਿਹੜਾ ਸਬ ਕਲੌਜ਼ ਸੀਗਾ 3 ਸਬ ਕਲੌਜ਼ ਆਪਾਂ ਇਹਦੇ 'ਚ ਡਿਸਕਸ ਕੀਤੇ ਸੀਗੇ। ਥਰਡ ਆਪਣੇ ਕੋਲ ਸੀਗਾ ਨੋ ਸੈਲਫ ਇਨਕ੍ਰਿਮੀਨੇਸ਼ਨ, ਹੈ ਨਾ। ਕਹਿਣ ਦਾ ਮਤਲਬ ਕਿ ਤੁਸੀਂ ਆਪਣੇ ਅਗੇਂਸਟ ਹੀ ਗਵਾਹੀ ਨਹੀਂ ਦੇ ਸਕਦੇ। ਅਗਰ ਤੁਹਾਡੀ ਚਾਰਜ ਸ਼ੀਟ ਬਣਾਈ ਹੈ ਤਾਂ ਜਿਹੜਾ ਪੁਲਿਸ ਹੈ ਉਹ ਪੁਲਿਸ ਨੂੰ ਕੀ ਹੈ ਕਿ ਅਲੱਗ ਤੋਂ ਪ੍ਰੂਫ ਇਕੱਠੇ ਕਰਨੇ ਪੈਣੇ ਆ। ਤੁਹਾਡੀ ਸਟੇਟਮੈਂਟ ਦੇ ਬੇਸਿਸ ਤੇ ਤੁਹਾਨੂੰ ਚਾਰਜ ਸ਼ੀਟ ਕਰਕੇ ਉਹ ਕੋਰਟ ਦੇ ਵਿੱਚ ਨਹੀਂ ਲਿਜਾ ਸਕਦੀ ਪੁਲਿਸ, ਹੈ ਨਾ। ਇਹ ਆਰਟੀਕਲ 20 ਦੇ ਵਿੱਚ ਆਪਣੇ ਕੋਲ 3 ਸਬ ਕਲੌਜ਼ਸ ਸੀਗੇ no ex post facto law, no double jeopardy and no self incrimination। ਸੋ ਜਿਹੜਾ 14th ਕੁਐਸਚਨ ਹੈ ਉਹਦਾ ਕਰੈਕਟ ਆਨਸਰ ਕੀ ਹੈ ਆਰਟੀਕਲ 20। ਨੈਕਸਟ ਇਜ਼ in the context of provisions of Indian constitution consider the following। okay करना की है अर्ली चाइल्डहुड केयर and education for all children until they complete the age of 6 years is the fundamental duty of the parent or guardian। check करना कि fundamental duty है या नहीं है। right to education for all children in the age group of 6 to 14 year is a fundamental right। ये check करना है। third की है to provide opportunities for the education to a child or a ward between the age of 6 and 14 year is a directive DPSP directive principle of state policy। देखो दोस्तों ਇਹਦੇ ਚ ਕਰਨਾ ਦੇਖਣਾ ਆਪਾਂ ਕੀ ਹੈ ਬੇਸਿਕਲੀ ਜਿਹੜੀ ਆਪਾਂ 86th ਅਮੈਂਡਮੈਂਟ ਹੈ ਨਾ ਉਹਨੂੰ ਡਿਸਕਸ ਕਰ ਰਹੇ ਹਾਂ। ਉਹਦੇ ਨਾਲ ਕੀ ਹੋਇਆ ਸੀ ਇੱਕ ਤਾਂ ਫੰਡਾਮੈਂਟਲ ਰਾਈਟਸ ਦੇ ਵਿੱਚ ਚੇਂਜਸ ਆਈਆਂ ਸੀਗੀਆਂ, ਇੱਕ ਫੰਡਾਮੈਂਟਲ ਡਿਊਟੀ ਦੇ ਵਿੱਚ ਚੇਂਜਸ ਆਈਆਂ ਸੀਗੀਆਂ, ਇੱਕ ਤੁਹਾਡੇ ਕੋਲ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਦੇ ਵਿੱਚ ਚੇਂਜਸ ਆਈਆਂ ਸੀਗੀਆਂ। ਫੰਡਾਮੈਂਟਲ ਰਾਈਟਸ ਦੇ ਵਿੱਚ ਆਪਾਂ ਦੇਖੋ ਕੀ ਗੱਲ ਕੀਤੀ ਸੀਗੀ ਕਿ ਜਿਹੜਾ ਤੁਹਾਡੇ ਕੋਲੇ 6 ਤੋਂ 14 ਸਾਲ ਵਾਲੇ ਬੱਚੇ ਲਈ ਜਿਹੜੇ ਹੈਗੀ ਆ ਉਹ ਆਪਾਂ ਫ੍ਰੀ ਐਲੀਮੈਂਟਰੀ ਐਜੂਕੇਸ਼ਨ ਜਿਹੜੀ ਦੇਣੀ ਸੀਗੀ ਸਟੇਟ ਨੇ ਉਹਨੂੰ ਆਪਾਂ ਫੰਡਾਮੈਂਟਲ ਰਾਈਟ ਬਣਾਤਾ ਸੀਗਾ ਅੰਡਰ ਆਰਟੀਕਲ 21 ਏ। ਫੰਡਾਮੈਂਟਲ ਡਿਊਟੀ ਦੇ ਵਿੱਚ ਕੀ ਕਰਤਾ ਸੀਗਾ ਆਪਾਂ ਪੇਰੈਂਟਸ ਦੀ ਇਹ ਡਿਊਟੀ ਸੀਗੀ ਕਿ ਉਹ ਬੱਚਿਆਂ ਨੂੰ ਆਪਣੇ ਨੂੰ ਜਿਹੜਾ ਸੀਗਾ ਸਕੂਲ ਭੇਜਾਂਗੇ ਕਿਸ ਏਜ ਗਰੁੱਪ ਦੇ 6 ਤੋਂ 14 ਦੇ ਵਿੱਚ। ਔਰ DPSP ਦੇ ਵਿੱਚ ਆਪਾਂ ਕੀ ਕੀਤਾ ਸੀਗਾ ਅਰਲੀ ਚਾਈਲਡਹੁੱਡ ਕੇਅਰ ਕੀਤੀ ਸੀਗੀ 0 to ਏਜ ਗਰੁੱਪ 0 to 6। ਹੁਣ ਇਸੇ ਦੇ ਬੇਸਿਸ ਤੇ ਆਪਾਂ ਇਹਨੂੰ ਆਨਸਰ ਨੂੰ ਦੇਖ ਲੈਣਾ ਕਿ ਫੰਡਾਮੈਂਟਲ ਰਾਈਟ ਫੰਡਾਮੈਂਟਲ ਡਿਊਟੀ ਦੀ ਗੱਲ ਕਰ ਰਹੇ ਹਾਂ। ਏਜ ਗਰੁੱਪ ਆਪਣਾ ਕੋਲ ਕੀ ਹੈ 6 ਤੋਂ 14 ਤੇ ਇੱਥੇ ਕੀ ਹੈ ਕੰਪਲੀਟ ਦਾ ਏਜ ਆਫ 6 years। ਇਹਦਾ ਮਤਲਬ 0 to 6 ਦੀ ਗੱਲ ਕਰ ਰਿਹਾ ਹੈ। ਸੋ ਇਹ ਤਾਂ ਰੋਂਗ ਹੋ ਗਿਆ ਫਿਰ, ਹੈ ਨਾ। ਇੰਟਰਚੇਂਜ ਕਰਤੀ ਇਹਨਾਂ ਨੇ। ਰਾਈਟ ਟੂ ਐਜੂਕੇਸ਼ਨ ਦੇ ਵਿੱਚ ਗੱਲ ਕਿੱਥੋਂ ਦੀ ਕਰ ਰਿਹਾ 6 ਤੋਂ 14 ਦੀ। ਆਪਣੇ ਕੋਲ ਕੀ ਹੈ ਫੰਡਾਮੈਂਟਲ ਰਾਈਟ ਦੇ ਵਿੱਚ ਕੀ ਹੈ 6 ਤੋਂ 14 ਦੀ ਹੈ। ਇਹਦਾ ਮਤਲਬ ਇਹ ਕੀ ਹੈ ਸੈਕਿੰਡ ਤੁਹਾਡਾ ਠੀਕ ਹੈ।
ਟੂ ਪ੍ਰੋਵਾਈਡ ਓਪਰਚੁਨਿਟੀਜ਼, ਇਸ ਦੀ ਗੱਲ ਕਰ ਰਿਹਾ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ, ਇਹਦੇ ਵਿੱਚ ਆਪਣੇ ਕੋਲ ਏਜ ਗਰੁੱਪ ਕੀ ਹੈ 0 to 6, ਬਟ ਇੱਥੇ ਕੀ ਗੱਲ ਕਰ ਰਿਹਾ ਹੈਗਾ 6 ਤੋਂ 14, ਇਹਦਾ ਮਤਲਬ ਇਹ ਕੀ ਵੀ ਹੋ ਗਿਆ ਤੁਹਾਡੇ ਕੋਲ ਕੀ ਹੋ ਗਿਆ ਰੋਂਗ ਹੋ ਗਿਆ। ਪੁੱਛਿਆ ਕੀ ਗਿਆ ਆਪਾਂ ਨੂੰ ਕਰੈਕਟ ਪੁੱਛਿਆ ਗਿਆ, ਤਾਂ ਕਰੈਕਟ ਆਪਣੇ ਕੋਲ ਕੀ ਹੈ ਓਨਲੀ 2 ਇਜ਼ ਦਾ ਕਰੈਕਟ ਆਂਸਰ। ਸੋ ਇਹ ਆਪਸ਼ਨ ਤੁਹਾਡੇ ਕੋਲ ਕੀ ਹੈ ਕਰੈਕਟ ਆਂਸਰ ਆਫ ਦਾ 15th question. Next is as per the fundamental rights given in the Constitution of India, employment of children in factories, mines, etc. is prohibited below. ਇਹ ਪਤਾ ਹੀ ਆਪਾਂ ਨੂੰ ਏਜ ਕੀ ਹੈ ਉਹ ਡਿਫਾਈਨ ਕੀਤੀ ਹੋਈ below the age of 14 ਹੈ ਨਾ, 14 ਸਾਲ ਤੋਂ ਜਿਹੜੀ ਘੱਟ ਹੈ ਏਜ ਆ ਉਹਨੂੰ ਆਪਾਂ ਕੀਤਾ ਗਿਆ। ਔਰ ਇਹ ਆਰਟੀਕਲ ਕਿਸ ਦੀ ਗੱਲ ਕਰ ਰਿਹਾ ਆਰਟੀਕਲ 24 ਦੀ। 24 ਆਰਟੀਕਲ ਹੈ ਕੀ ਹੈ ਪ੍ਰੋਹਿਬਿਸ਼ਨ ਆਫ ਇੰਪਲੋਇਮੈਂਟ ਆਫ ਚਿਲਡਰਨ ਇਨ ਦਾ ਫੈਕਟਰੀਜ਼। ਔਰ ਏਜ ਕੀ ਆਪਣੇ ਕੋਲ ਮਿਨੀਮਮ 14 ਸਾਲ ਤੱਕ ਕੀ ਹੈ ਤੁਸੀਂ ਉਹਨਾਂ ਨੂੰ ਨਹੀਂ ਇੰਪਲਾਈ ਕਰ ਸਕਦੇ ਇਨ ਦਾ ਫੈਕਟਰੀਜ਼ ਹੈ ਨਾ। ਨੈਕਸਟ ਇਹ ਕੀ ਹੈ ਬਾਈ ਵਿਚ ਆਫ ਦਾ ਫੋਲੋਇੰਗ ਰਿਟਸ ਇਜ਼ ਐਨ ਇੰਡੀਵਿਜੂਅਲਸ ਰਾਈਟ ਟੂ ਹੋਲਡ ਦਾ ਪਬਲਿਕ ਆਫਿਸ ਚੈਲੰਜ ਹੈ ਨਾ। ਕੋਈ ਇਲੀਗਲ ਆਕੂਪੇਸ਼ਨ ਹੈ ਮਤਲਬ ਕਿ ਉਹ ਬੰਦਾ ਉਸ ਚੀਜ਼ ਲਈ ਕੁਆਲੀਫਾਈਡ ਨਹੀਂ ਹੈ ਤਾਂ ਉਹ ਆਪਣੇ ਕੋਲ ਕੀ ਹੋਏਗਾ ਮੈਂਡਮਸ, ਨਹੀਂ ਸੌਰੀ ਮੈਂਡਮਸ ਤਾਂ ਕਮਾਂਡ ਹੋਏਗੀ। ਮੈਂਡਮਸ ਕੀ ਹੈ ਕਮਾਂਡ ਗਿਵਨ ਬਾय ਦਾ ਹਾਇਰ ਕੋਰਟ ਟੂ ਦਾ ਲੋਅਰ ਕੋਰਟ। ਇਹਦਾ ਦੋਸਤੋ ਜੋ ਆਂਸਰ ਹੋਏਗਾ ਕਿਊ ਬਰਾਂਟੋ ਹੈ ਨਾ, ਡੀ ਇਜ਼ ਦਾ ਕਰੈਕਟ ਆਂਸਰ। ਦੁਬਾਰਾ ਆਪਾਂ ਕਰ ਲੈਂਦੇ ਹਾਂ ਸੈਚੂਰਲੀ ਕੀ ਹੋਏਗਾ ਕਿ ਲੋਅਰ ਕੋਰਟ ਦੇ ਵਿੱਚ ਜਜਮੈਂਟ ਆ ਗਈ ਹੈ ਲੇਕਿਨ ਜਜਮੈਂਟ ਦੇ ਵਿੱਚ ਤੁਹਾਨੂੰ ਜਸਟਿਸ ਨਹੀਂ ਮਿਲਿਆ ਹੈਗਾ ਔਨ ਦਾ ਬੇਸਿਸ ਆਫ ਮੈਰਿਟ ਜਸਟਿਸ ਨਹੀਂ ਮਿਲਿਆ ਹੈਗਾ, ਤੁਸੀਂ ਨੂੰ ਹਾਇਰ ਕੋਰਟ ਦੇ ਵਿੱਚ ਤੁਸੀਂ ਕਰਤਾ ਚੈਲੰਜ ਕਰਤਾ। ਅਗਰ ਹਾਇਰ ਕੋਰਟ ਨੇ ਇਸ ਚੀਜ਼ ਨੂੰ ਮੰਨ ਲੈਂਦਾ ਹੈਗਾ ਜਾਂ ਯੈਸ ਤੁਹਾਡੇ ਨਾਲ ਜਿਹੜਾ ਹੈਗਾ ਜਸਟਿਸ ਨਹੀਂ ਹੋਇਆ ਹੈਗਾ ਔਨ ਦਾ ਮੈਰਿਟ ਜਜਮੈਂਟ ਨਹੀਂ ਆਈ ਤਾਂ ਜਿਹੜੀ ਲੋਅਰ ਕੋਰਟ ਦੀ ਜਜਮੈਂਟ ਹੈ ਉਹਨੂੰ ਕੀ ਕਰ ਦੇਗਾ ਕੁਐਸ਼ ਕਰ ਦੇਗਾ ਜਾਂ ਉਹਨੂੰ ਕੀ ਕਰ ਦੇਗਾ ਸੈਟ ਅਸਾਈਡ ਕਰ ਦੇਗਾ। ਹੇਬਸ ਕਾਰਪਸ ਕੀ ਹੈ ਕਿ ਇਲੀਗਲ ਡਿਟੈਂਸ਼ਨ ਹੈ ਤੁਹਾਨੂੰ ਹੈ ਨਾ, ਤੁਹਾਨੂੰ ਬੰਦੀ ਬਣਾ ਕੇ ਰੱਖਿਆ ਹੋਇਆ ਹੈਗਾ ਵਿਦਆਊਟ ਫੋਲੋਇੰਗ ਐਨੀ ਲਾਅ, ਤਾਂ ਉਸ ਕੇਸ ਦੇ ਵਿੱਚ ਤੁਹਾਡੇ ਕੋਲ ਹਾਈ ਕੋਰਟ ਜਾਂ ਸੁਪਰੀਮ ਕੋਰਟ ਕੀ ਕਰੇਗਾ ਹੇਬਸ ਕਾਰਪਸ ਜਿਹੜੀ ਹੈਗੀ ਰਿਟ ਉਹ ਇਸ਼ੂ ਕਰੇਗਾ। ਮੈਂਡਮਸ ਦਾ ਕੀ ਹੈ ਕਮਾਂਡ ਗਿਵਨ ਟੂ ਦਾ, ਇਹ ਕੀ ਕਮਾਂਡ ਦੇਗਾ ਕੌਣ ਦੇਗਾ ਹਾਈ ਕੋਰਟ ਜਾਂ ਸੁਪਰੀਮ ਕੋਰਟ ਕਿਸ ਨੂੰ ਆ ਜੋ ਤੁਹਾਡਾ ਆਫੀਸ਼ੀਅਲ ਹੋਏਗਾ ਪਬਲਿਕ ਆਫੀਸ਼ੀਅਲ ਹੋਏਗਾ ਟੂ ਪਰਫਾਰਮ ਹਿਜ਼ ਔਰ ਹਰ ਡਿਊਟੀਜ਼ ਹੈ ਨਾ, ਅਗਰ ਉਹ ਕੰਮ ਨਹੀਂ ਕਰ ਰਿਹਾ ਹੈ। ਸੋ ਜਿਹੜਾ 17th ਦਾ ਜੋ ਦੋਸਤੋ ਕਰੈਕਟ ਆਂਸਰ ਹੈ ਉਹ ਕੀ ਹੈ ਤੁਹਾਡੇ ਕੋਲੇ ਡੀ ਇਜ਼ ਦਾ ਕਰੈਕਟ ਆਂਸਰ ਹੈ ਨਾ। ਅਗਰ ਪਬਲਿਕ ਆਫਿਸ ਨੂੰ ਤੁਸੀਂ ਚੈਲੰਜ ਕਰਨਾ ਹੈ ਤਾਂ ਉਸ ਕੇਸ ਦੇ ਲਈ ਆਪਣੇ ਕੋਲ ਕੀ ਹੈ ਡੀ ਇਜ਼ ਦਾ ਕਰੈਕਟ ਆਂਸਰ। Next is right to form the cooperative society was made a fundamental right by which of the following amendment to the Constitution of India। So ਇਹ 97th ਆਪਣੇ ਕੋਲ ਜਿਹੜੀ amendment ਹੋਈ ਸੀਗੀ ਜਿਸ ਦੇ ਨਾਲ ਕੀ ਆਪਾਂ ਇਹ ਜਿਹੜਾ ਬਣਾ ਸਕਦੇ ਸੀਗੇ cooperative societies clear। So ਇਹਦਾ ਜਿਹੜਾ correct answer ਆਪਣੇ ਕੋਲ ਹੈ A is the correct answer। Next, who can restrict the fundamental rights of the citizens। ਆਪਾਂ ਪੜ੍ਹਿਆ ਸੀਗਾ ਕੌਣ ਕਰ ਸਕਦਾ ਹੈਗਾ ਪਾਰਲੀਮੈਂਟ ਕਰ ਸਕਦਾ ਹੈਗਾ। 35 ਦੇ ਵਿੱਚ ਆਪਾਂ ਦੇਖਿਆ ਸੀਗਾ ਕਿ ਪਾਰਲੀਮੈਂਟ ਨੂੰ ਆਥੋਰਾਈਜ਼ ਕਰਤਾ ਉਹਨੇ ਕੀ ਕਰਤਾ ਪਹਿਲੇ ਰਿਸਟ੍ਰਿਕਸ਼ਨ ਲਗਾਈ ਆਰਮ ਫੋਰਸਿਸ ਦੇ ਉੱਪਰ ਹੈ ਨਾ, ਆਰਮ ਫੋਰਸਿਸ ਦੇ ਉੱਪਰ ਕਿ ਡਿਫਰੈਂਟ ਲਾਜ਼ ਬਣਾਤੇ ਹੈ ਤੇ ਉਹਨਾਂ ਦੇ ਜਿਹੜੇ ਫੰਡਾਮੈਂਟਲ ਰਾਈਟਸ ਆ ਉਹ ਉਹਨਾਂ ਦੇ ਵਾਪਸ ਲੈ ਲਏ ਹੈ ਜਾਂ ਕੀ ਹੈ ਉਹਨਾਂ ਦੇ ਜਿਹੜੇ ਫੰਡਾਮੈਂਟਲ ਰਾਈਟਸ ਦੇ ਉੱਪਰ ਕੀ ਲਗਾਤੀ ਹੈ ਰਿਸਟ੍ਰਿਕਸ਼ਨ ਲਗਾਤੀ ਹੈ। ਔਰ ਦੂਸਰਾ ਆਪਾਂ ਕੀ ਦੇਖਿਆ ਸੀਗਾ ਕਿ 34 ਆਰਟੀਕਲ 34 ਦੇ ਨਾਲ ਕੀ ਕਰਤਾ ਸੀਗਾ ਆਰਮੀ ਨੂੰ ਪਾਵਰਫੁਲ ਬਣਾਤਾ ਸੀਗਾ, ਮਾਰਸ਼ਲ ਲਾਅ ਜਾਂ ਦੇ ਲਈ ਉਹਨਾਂ ਨੂੰ ਕੀ ਕਰਤਾ ਸੀਗਾ ਇਨੇਬਲ ਕਰਤਾ ਸੀਗਾ ਕਿ ਕੋਈ ਵੀ ਅਗਰ ਕਿਸੇ ਨੂੰ ਗੋਲੀ ਵੀ ਮਾਰ ਦੇਣਾ ਉਸ ਕੇਸ ਦੇ ਵਿੱਚ ਵੀ ਤੁਹਾਡੇ ਕੋਲ ਕੀ ਹੋਏਗਾ ਕੋਈ ਉਸ ਚੀਜ਼ ਨੂੰ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਵਿੱਚ ਚੈਲੰਜ ਨਹੀਂ ਕਰ ਪਾਏਗਾ। ਸੋ ਇਟ ਮੀਨਸ ਕਿ ਰਿਸਟ੍ਰਿਕਸ਼ਨ ਜਿਹੜਾ ਲਗਾਉਣ ਦਾ ਕੌਣ ਲਗਾਉਂਦਾ ਹੈ ਸਿਟੀਜ਼ਨ ਦੇ ਉੱਪਰ ਉਹ ਕੌਣ ਲਗਾਉਂਦਾ ਹੈ ਪਾਰਲੀਮੈਂਟ ਹੈ ਨਾ। ਆਰਟੀਕਲ 35 ਇਹੀ ਗੱਲ ਆਪਾਂ ਨੂੰ ਦੱਸਦਾ ਗਿਆ ਆਫ ਦਾ ਕਨਸਟੀਟਿਊਸ਼ਨ। ਨੈਕਸਟ ਇਜ਼ ਇਨ ਇੰਡੀਆ ਜੁਡੀਸ਼ੀਅਲ ਰਿਵਿਊ ਹੈ ਨਾ। ਜੁਡੀਸ਼ੀਅਲ ਰਿਵਿਊ ਆਲਦੋ ਇਹ ਕਨਸਟੀਟਿਊਸ਼ਨ ਦੇ ਉੱਪਰ ਕਿਤੇ ਵੀ ਨਹੀਂ ਲਿਖਿਆ ਹੋਇਆ ਹੈ ਆਪਣੇ ਕੋਲੇ ਬਟ ਇਹਦਾ ਮੀਨਿੰਗ ਹੈ ਕੀ ਹੈ ਇਹ ਕਿ ਦਾ ਪਾਵਰ ਆਫ ਦਾ ਜੁਡੀਸ਼ਰੀ ਟੂ ਪ੍ਰੋਨਾਉਂਸ ਅਪਨ ਦਾ ਕਨਸਟੀਟਿਊਸ਼ਨੈਲਿਟੀ ਆਫ ਦਾ laws and executive orders। ਪਹਿਲੇ ਆਨਸਰ ਤੁਹਾਡਾ ਠੀਕ ਹੈ। ਕਹਿਣ ਦਾ ਮਤਲਬ ਕੀ ਹੈ ਕਿ ਜੋ laws ਜਾਂ executive orders ਬਣਾ ਰਹੇ ਆ ਰਹੇ ਤੁਹਾਡੇ ਕੋਲੇ ਉਹਨੂੰ ਹਾਈ ਕੋਰਟ ਜਾਂ ਸੁਪਰੀਮ ਕੋਰਟ ਨੇ ਕੀ ਕਰਨਾ ਕੀ ਹੈ ਬੇਸਿਕਲੀ ਪਾਵਰ ਸੁਪਰੀਮ ਕੋਰਟ ਦੇ ਕੋਲੇ ਆ ਪਰ ਕੁਝ ਪਾਵਰ ਹਾਈ ਕੋਰਟ ਦੇ ਕੋਲੇ ਵੀ ਹੈ ਜੁਡੀਸ਼ੀਅਲ ਰਿਵਿਊ ਦੀਆਂ। ਉਹਨੂੰ ਚੈੱਕ ਕਰਨਾ ਹੈਗਾ ਉਸ ਲਾਅ ਨੂੰ ਜਾਂ ਉਸ ਐਗਜ਼ੀਕਿਊਟਿਵ ਆਰਡਰ ਨੂੰ ਚੈੱਕ ਕਰਨਾ ਕਿ ਕਨਸਟੀਟਿਊਸ਼ਨਲੀ ਉਹ ਤੁਹਾਡੇ ਕੋਲੇ ਲਾਅ ਠੀਕ ਬਣਿਆ ਹੈਗਾ ਜਾਂ ਉੱਥੇ ਕਿਤੇ ਨਾ ਕਿਤੇ ਤੁਹਾਡੇ ਕੋਲੇ ਜਿਹੜੀ ਹੈਗੀ ਹੈ ਵਾਇਓਲੇਸ਼ਨ ਹੋ ਰਹੀ ਹੈ। ਸੋ ਇਸ ਨੂੰ ਆਪਾਂ ਕੀ ਬੋਲਦੇ ਹਾਂ ਜੁਡੀਸ਼ੀਅਲ ਰਿਵਿਊ। ਸੋ ਇਸ ਦਾ ਜਿਹੜਾ 20th ਹੈ ਇਹਦਾ ਆਨਸਰ ਕੀ ਹੈ ਤੁਹਾਡੇ ਕੋਲੇ ਏ ਇਜ਼ ਦਾ ਕਰੈਕਟ ਆਨਸਰ। ਨੈਕਸਟ ਕੀ ਹੈ which of the following are considered as the right against the exploitation in constitution of India।
ਰਾਈਟਸ ਅਗੇਂਸਟ ਐਕਸਪਲੋਇਟੇਸ਼ਨ ਆਪਾਂ ਪਤਾ ਕਿ ਕਿੱਥੋਂ ਆਰਟੀਕਲ 23 ਦੇ ਵਿੱਚ ਆਪਾਂ ਡਿਸਕਸ ਕੀਤਾ ਸੀਗਾ, ਆਰਟੀਕਲ 24 ਦੇ ਵਿੱਚ ਡਿਸਕਸ ਕੀਤਾ ਸੀਗਾ। 23 ਦੇ ਵਿੱਚ ਕੀ ਸੀਗਾ, ਪ੍ਰੋਹਿਬਿਸ਼ਨ ਆਫ ਟ੍ਰੈਫਿਕ ਇਨ ਹਿਊਮਨ ਬੀਇੰਗਸ ਐਂਡ ਫੋਰਸਡ ਲੇਬਰ। ਕਿਹਦੀ ਗੱਲ ਕਰ ਰਿਹਾ ਆਰਟੀਕਲ 23 ਦੀ? ਯੈਸ, ਇਹ ਤਾਂ ਹੈ ਵੀ ਤੁਹਾਡੇ ਕੋਲੇ, ਹੈ ਨਾ, ਅਗਰ ਕਰੈਕਟ ਪੁੱਛਿਆ ਗਿਆ ਹੈ। ਅਬੋਲਿਸ਼ਨ ਆਫ ਅਨਟਚੇਬਿਲਿਟੀ, ਇਹ ਤਾਂ ਆਰਟੀਕਲ 17 ਸੀਗਾ, ਹੈ ਨਾ, ਤਾਂ ਇਹ ਤਾਂ ਤੁਹਾਡੇ ਕੋਲੇ ਰਾਈਟ ਟੂ ਇਕੁਐਲਿਟੀ ਦੇ ਵਿੱਚ ਹੈ, ਤਾਂ ਇਹ ਤਾਂ ਮਤਲਬ ਇਸ ਕੈਟਾਗਰੀ ਦੇ ਵਿੱਚ ਐਕਸਪਲੋਇਟੇਸ਼ਨ ਵਾਲੀ ਕੈਟਾਗਰੀ 'ਚ ਤਾਂ ਨਹੀਂ ਆ ਰਿਹਾ। ਪ੍ਰੋਟੈਕਸ਼ਨ ਆਫ ਦਾ ਇੰਟਰਸਟ ਆਫ ਦਾ ਮਿਨੋਰਿਟੀਜ਼, ਇਹ ਆਪਣੇ ਕੋਲ ਆਰਟੀਕਲ 29 ਦੇ ਵਿੱਚ ਆਪਾਂ ਗੱਲ ਕੀਤੀ ਸੀਗੀ ਮਿਨੋਰਿਟੀ ਦੀ, ਹੈ ਨਾ, ਇਹ ਵੀ ਤੁਹਾਡੇ ਕੋਲ ਨਹੀਂ ਆ ਰਿਹਾ ਹੈਗਾ। ਪ੍ਰੋਹਿਬਿਸ਼ਨ ਆਫ ਦਾ employment of children in the factories and mines, it means ਆਪਾਂ ਕਿਹਦੀ ਗੱਲ ਕਰ ਰਹੇ ਹਾਂ, ਆਰਟੀਕਲ 24 ਦੀ ਗੱਲ ਕਰ ਰਹੇ ਹਾਂ। ਸੋ ਦੋਸਤੋ ਆਪਣੇ ਕੋਲ ਕੀ ਸੀਗਾ, ਆਰਟੀਕਲ 23 ਐਂਡ 24। ਇਹਦਾ ਮਤਲਬ ਕੀ ਹੈ, A and D is the correct answer। ਚੈੱਕ ਕਰ ਲਓ ਇੱਥੇ, ਤੇ A ਮਤਲਬ 1 ਕੀ ਰਿਪਰੈਜ਼ੈਂਟ ਕਰ ਰਿਹਾ A and 4 ਕੀ ਰਿਪਰੈਜ਼ੈਂਟ ਕਰ ਰਿਹਾ ਹੈਗਾ D। ਸੋ C is the correct answer of the 21st question। 22nd question ਆ ਗਿਆ, the Constitution of India recognizes, ਕੀ ਹੈ, ਮਿਨੋਰਿਟੀ ਨੂੰ ਆਪਾਂ ਰਿਕੋਗਨਾਈਜ਼ ਕਰਦਾ ਹੈ ਕਿਸ ਬੇਸਿਸ ਤੇ? ਆਪਣੇ ਕੋਲ ਦੋ ਹੀ ਬੇਸਿਸ ਦਾ, ਜਾਂ ਤਾਂ ਲੈਂਗੁਏਜ ਦੇ ਬੇਸਿਸ ਤੇ ਜਾਂ ਰਿਲੀਜਨ ਦੇ ਬੇਸਿਸ ਤੇ। ਤਾਂ ਇਹਦਾ ਆਨਸਰ ਕੀ ਹੈ, ਸੀ ਇਜ਼ ਦਾ ਕਰੈਕਟ ਆਨਸਰ, ਰਿਲੀਜਨ ਐਂਡ ਲਿੰਗੁਇਸਟਿਕ ਮਿਨੋਰਿਟੀਜ਼। ਆਰਟੀਕਲ 29 ਦੇ ਵਿੱਚ ਆਪਾਂ ਗੱਲ ਕੀਤੀ ਸੀਗੀ ਮਿਨੋਰਿਟੀ ਦੀ, ਇਹ 'ਚ ਬੇਸਿਕਲੀ ਦੋਨਾਂ ਦੀ ਗੱਲ ਕੀਤੀ ਸੀ, ਮਿਨੋਰਿਟੀ ਦੀ ਵੀ ਗੱਲ ਕੀਤੀ ਸੀ ਔਰ ਮੈਜੋਰਿਟੀ ਦੀ ਵੀ ਗੱਲ ਕੀਤੀ ਸੀ। ਔਰ ਆਰਟੀਕਲ ਜਿਹੜਾ 30 ਹੈ ਉਹ 'ਚ ਆਪਾਂ ਐਕਸਕਲੂਸਿਵਲੀ ਮਿਨੋਰਿਟੀ ਦੀ ਹੀ ਗੱਲ ਕੀਤੀ ਹੈ, ਕਲੀਅਰ। ਔਰ ਮਿਨੋਰਿਟੀ ਨੂੰ ਆਪਾਂ ਆਲਦੋ ਤੁਹਾਡੇ ਕਨਸਟੀਟਿਊਸ਼ਨ ਦੇ ਵਿੱਚ ਮਿਨੋਰਿਟੀ ਵਰਡ ਵੀ ਨਹੀਂ ਹੈ, ਜਸਟ ਲਾਈਕ ਜੁਡੀਸ਼ੀਅਲ ਰਿਵਿਊ, ਬਟ ਇਹਨੂੰ ਆਪਾਂ ਡਿਫਾਈਨ ਜਿਹੜਾ ਕੈਟਾਗਰਾਈਜ਼ ਕੀਤਾ ਜਾਂ ਰਿਕੋਗਨਾਈਜ਼ ਕਿਵੇਂ ਕਰਦੇ ਹਾਂ, ਔਨ ਦਾ ਬੇਸਿਸ ਆਫ ਰਿਲੀਜਨ ਜਾਂ ਔਨ ਦਾ ਬੇਸਿਸ ਆਫ language, that is religious and linguistic minorities। so C is the correct answer। next ਕੀ ਹੈ, a British citizen staying in India cannot claim right to, ਹੈ ਨਾ, ਬ੍ਰਿਟਿਸ਼ ਮਤਲਬ ਕਿ ਨੌਨ ਸਿਟੀਜ਼ਨ ਲਈ ਗੱਲ ਕਰ ਰਹੇ ਹਾਂ ਕਿ ਕਿਹੜਾ ਰਾਈਟ ਸਿਰਫ ਸਿਟੀਜ਼ਨ ਲਈ ਅਵੇਲੇਬਲ ਹੈ ਨਾ। ਅਗਰ ਉਹ ਸਿਟੀਜ਼ਨ ਲਈ ਅਵੇਲੇਬਲ ਹੋਏਗਾ ਤਾਂ ਡੈਫੀਨੇਟਲੀ ਉੱਥੇ ਜਿਹੜਾ ਬ੍ਰਿਟਿਸ਼ ਸਿਟੀਜ਼ਨ ਹੈ ਉਹਨੂੰ ਕਲੇਮ ਨਹੀਂ ਕਰ ਪਾਊਗਾ। ਫਰੀਡਮ ਆਫ ਟ੍ਰੇਡ ਐਂਡ ਪ੍ਰੋਫੈਸ਼ਨ, ਹੈ ਨਾ, ਇਹ ਆਪਾਂ ਜਿਹੜਾ ਫਰੀਡਮ ਦੀ ਗੱਲ ਕਿਤੇ ਕੀਤੀ ਸੀ ਆਰਟੀਕਲ 19 ਦੇ ਵਿੱਚ ਕੀਤੀ, ਜਿਸ ਦੇ ਵਿੱਚ ਆਪਾਂ ਨੂੰ 6 ਤਰ੍ਹਾਂ ਦੀ ਫਰੀਡਮਸ ਮਿਲਦੀਆਂ ਨੇ। ਇਹ ਤਾਂ ਸਿਰਫ ਸਿਟੀਜ਼ਨਸ ਨੂੰ ਅਵੇਲੇਬਲ ਹੈ ਨਾ, ਇਹਨੂੰ ਤਾਂ ਜਿਹੜਾ ਹੈਗਾ ਬ੍ਰਿਟਿਸ਼ਰ ਹੈ ਉਹਨੂੰ ਆਪਾਂ ਇਹਨੂੰ ਨਹੀਂ ਕਰ ਸਕਦਾ ਨਾ, ਕਲੇਮ ਕਰ ਸਕਦਾ। ਉਸ ਤੋਂ ਬਾਅਦ ਇਕੁਅਲਿਟੀ ਬਿਫੋਰ ਲਾ, ਉਸ ਤੋਂ ਬਾਅਦ ਪ੍ਰੋਟੈਕਸ਼ਨ ਆਫ ਲਾਈਫ ਐਂਡ ਪਰਸਨਲ ਲਿਬਰਟੀ, ਐਂਡ ਕੀ ਹੈ, ਫਰੀਡਮ ਆਫ ਦਾ ਰਿਲੀਜਨ। ਫਰੀਡਮ ਆਫ ਦਾ ਰਿਲੀਜਨ ਕੀ ਹੈ, ਸਿਟੀਜ਼ਨ ਜਾਂ ਨਾਨ ਸਿਟੀਜ਼ਨ ਦੋਨਾਂ ਲਈ ਅਵੇਲੇਬਲ ਹੈ। ਪ੍ਰੋਟੈਕਸ਼ਨ ਆਫ ਲਾਈਫ ਐਂਡ ਪਰਸਨਲ ਲਿਬਰਟੀ, ਦੋਨਾਂ ਨੂੰ ਜ਼ਿੰਦਗੀ ਚਾਹੀਦੀ ਹੈ ਬਈ, ਦੋਨਾਂ ਲਈ ਅਵੇਲੇਬਲ ਹੈ, ਮਤਲਬ ਫॉर द ਪੀਪਲ, ਫॉर द ਸਿਟੀਜ਼ਨ ਐਜ਼ ਵੈਲ ਐਜ਼ ਫॉर द ਨॉन ਸਿਟੀਜ਼ਨ। ਇਕੁਅਲਿਟੀ ਬਿਫੋਰ ਲਾਅ, ਤਾਂ ਲਾਅ ਤਾਂ ਡਿਸਕ੍ਰਿਮੀਨੇਟ ਕਰਦਾ ਹੀ ਨਹੀਂ ਹੈ ਨਾ, ਇਹ ਵੀ ਤੁਹਾਡੇ ਕੋਲ ਕੀ ਹੈ। ਫਰੀਡਮ ਆਫ ਟ੍ਰੇਡ ਐਂਡ ਪ੍ਰੋਫੈਸ਼ਨ, ਇਹਦੇ ਵਿੱਚ ਆਨਸਰ ਤੁਹਾਡੇ ਕੋਲ ਕੀ ਆ ਗਿਆ ਕਿ ਟ੍ਰੇਡ ਐਂਡ ਪ੍ਰੋਫੈਸ਼ਨ ਦੇ ਲਈ ਜਿਹੜਾ ਹੈਗਾ ਨੌਨ ਸਿਟੀਜ਼ਨ ਜਿਹੜਾ ਹੈਗਾ ਕਿ ਉਹ ਅਪਲਾਈ ਨਹੀਂ ਕਰ ਸਕਦਾ ਨਾ। ਸੋ ਕਰੈਕਟ ਆਨਸਰ ਤੁਹਾਡੇ ਕੋਲ ਕੀ ਹੋਏਗਾ, ਇਹ ਕੀ ਆਪਣੇ ਕੋਲ ਕਰੈਕਟ ਆਨਸਰ ਹੈ। ਸੋ ਨੈਕਸਟ ਕੁਐਸਚਨ 24th, which one of the following is also available to the foreigner or on Indian soil। ਮਤਲਬ ਇਹ ਹੁਣ ਕੀ ਗੱਲ ਕਰ ਰਿਹਾ ਹੈਗਾ ਕਿ ਉਹ ਜਿਹਾ ਰਾਈਟ ਜਿਹੜਾ ਇੰਡੀਅਨਸ ਨੂੰ ਵੀ, ਸਿਟੀਜ਼ਨਸ ਨੂੰ ਵੀ ਹੈ ਤੇ ਨੌਨ ਸਿਟੀਜ਼ਨ ਨੂੰ ਵੀ ਹੈ। ਪਹਿਲੇ ਕੀ ਹੈ, ਪ੍ਰੋਹਿਬਿਸ਼ਨ ਆਫ ਦਾ ਡਿਸਕ੍ਰਿਮੀਨੇਸ਼ਨ ਔਨ ਦਾ ਗਰਾਊਂਡਸ ਆਫ ਰਿਲੀਜਨ, ਰੇਸ, ਕਾਸਟ, ਸੈਕਸ ਐਂਡ ਪਲੇਸ ਆਫ ਬਰਥ। ਅੱਗੇ ਦੇਖੇ ਇਕੁਅਲਿਟੀ ਆਫ ਦਾ ਓਪਰਚੁਨਿਟੀ ਇਨ ਦਾ ਮੈਟਰ ਆਫ ਪਬਲਿਕ ਇੰਪਲੋਇਮੈਂਟ, ਨਹੀਂ ਬਈ ਇਹ ਤਾਂ ਸਿਟੀਜ਼ਨ ਲਈ ਹੈ। ਪ੍ਰੋਟੈਕਸ਼ਨ ਆਫ ਦਾ ਲਾਈਫ, ਪਰਸਨਲ ਲਿਬਰਟੀ, ਹੈ ਨਾ, ਅਕੋਰਡਿੰਗ ਟੂ ਦਾ ਪ੍ਰੋਸੀਜਰ ਐਸਟੈਬਲਿਸ਼ਡ ਬਾਈ ਲਾ, ਇਹ ਤੁਹਾਡਾ ਦੋਨਾਂ ਨੂੰ ਅਵੇਲੇਬਲ ਹੈ। ਟੂ ਪ੍ਰੈਕਟਿਸ ਐਂਡ ਪ੍ਰੋਫੈਸ਼ਨ, ਇਹ ਵੀ ਤੁਹਾਡਾ ਆਰਟੀਕਲ 19 ਦੀ ਗੱਲ ਕਰ ਰਿਹਾ, ਸਿਟੀਜ਼ਨ ਦੇ ਲਈ ਹੈ। ਇਹ ਆਪਣੇ ਕੋਲ ਕੀ ਹੈ, ਡਿਸਕ੍ਰਿਮੀਨੇਸ਼ਨ ਔਨ ਦਾ ਗਰਾਊਂਡਸ ਆਫ ਰਿਲੀਜਨ, ਹੈ ਨਾ, ਕੋਈ ਡਿਸਕ੍ਰਿਮੀਨੇਸ਼ਨ। ਇਹ ਕੀ ਆਰਟੀਕਲ 15, ਇਹ ਵੀ ਕਿਹਦੇ ਲਈ ਗੱਲ ਕਰ ਰਿਹਾ ਹੈ ਕਿ ਸਿਟੀਜ਼ਨ ਦੀ ਗੱਲ ਕਰ ਰਿਹਾ। ਤਾਂ ਇਟ ਮੀਨ ਜੋ ਤੁਹਾਡੇ ਕੋਲ ਕੀ ਹੈ, ਪ੍ਰੋਟੈਕਸ਼ਨ ਆਫ ਲਾਈਫ ਐਂਡ ਪਰਸਨਲ ਲਿਬਰਟੀ, ਹੈ ਨਾ, ਪ੍ਰੋਟੈਕਸ਼ਨ ਆਫ ਲਾਈਫ ਐਂਡ ਪਰਸਨਲ ਲਿਬਰਟੀ ਜੋ ਆਰਟੀਕਲ 21 ਹੈ। ਤਾਂ ਇਹ ਤੁਹਾਡੇ ਕਿਹਦੇ ਲਈ ਹੈ, ਇਹ ਦੋਨਾਂ ਦੇ ਲਈ ਅਵੇਲੇਬਲ ਹੈ, ਸਿਟੀਜ਼ਨ ਦੇ ਲਈ ਐਜ਼ ਵੈਲ ਐਜ਼ ਨੌਨ ਸਿਟੀਜ਼ਨ ਜਾਂ ਫੋਰਨਰ ਦੇ ਲਈ, ਹੈ ਨਾ। ਤਾਂ ਤੁਹਾਡੇ ਕੋਲ ਸੀ ਕੀ ਹੈ, ਤੁਹਾਡੇ ਕੋਲ ਸੀ ਇਜ਼ ਦਾ ਕਰੈਕਟ ਆਨਸਰ। ਨੈਕਸਟ ਆਪਣਾ ਲਾਸਟ ਕੁਐਸਚਨ ਅੱਜ ਦੀ ਵੀਡੀਓ ਦਾ, ਟੂ ਹੈਵ ਅ ਸਪੀਡੀ ਜਸਟਿਸ ਫਲੋਜ਼ ਫਰੋਮ ਵਿਚ ਆਫ ਦਾ ਫੋਲੋਇੰਗ ਆਰਟੀਕਲ, ਹੈ ਨਾ। ਦੇਖੋ ਦੋਸਤੋ, ਅਗਰ ਆਪਾਂ ਤੁਹਾਨੂੰ ਯਾਦ ਹੋਏਗਾ ਟੂ ਹੈਵ ਅ ਸਪੀਡੀ ਜਸਟਿਸ, ਇਹ ਤਾਂ ਇੱਕ ਮਿੰਟ ਆਪਾਂ ਇਹਨੂੰ ਇੱਕ ਰੀਡ ਆਊਟ ਕਰੀਏ, ਹੈ ਕੀ ਹੈ,
ਪੀਡੀ ਜਸਟਿਸ ਦੀ ਹਾਂ ਯੈਸ ਆਪਾਂ ਇੱਕ ਡਿਸਕਸ ਕੀਤਾ ਸੀਗਾ ਮੇਨਕਾ ਗਾਂਧੀ ਕੇਸ ਹੈ ਨਾ 1978 ਉਸ ਦੇ ਕੇਸ ਦੇ ਵਿੱਚ ਕੀ ਹੋਇਆ ਸੀਗਾ ਕਿ ਜਿੰਨੇ ਵੀ ਸਬਆਰਡੀਨੇਟ ਕੇਸਸ ਆਏ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਆਪਾਂ ਮਰਜ ਕਰ ਲਿਆ ਸੀਗਾ ਜਿਹਦੇ ਵਿੱਚ ਸੀਗਾ ਰਾਈਟ ਟੂ ਹੈਵ ਅ ਸਪੀਡੀ ਜਸਟਿਸ ਜਾਂ ਰਾਈਟ ਟੂ ਪ੍ਰਾਈਵੇਸੀ ਰਾਈਟ ਟੂ ਹੈਲਥ ਸਿਮਿਲਰਲੀ ਰਾਈਟ ਟੂ ਇਨਫੋਰਮੇਸ਼ਨ ਇਹ ਸਾਰੇ ਜਿਹੜਾ ਮੇਨਕਾ ਗਾਂਧੀ ਵਰਸਸ ਯੂਨੀਅਨ ਆਫ ਸਟੇਟ ਹੋਇਆ ਸੀਗਾ 1978 ਇਹ ਸਾਰਿਆਂ ਨੂੰ ਆਪਾਂ ਕਿੱਥੇ ਕਲੱਬ ਕਰਦਾ ਸੀਗਾ ਆਰਟੀਕਲ 21 ਦੇ ਵਿੱਚ ਤਾਂ ਹੀ ਆਪਾਂ ਬੋਲਦੇ ਹਾਂ ਕਿ ਆਰਟੀਕਲ 21 ਨੂੰ ਕੀ ਕੀਤਾ ਗਿਆ ਹੁਣ ਤੱਕ ਸਭ ਤੋਂ ਜ਼ਿਆਦਾ ਵਾਰ ਇੰਟਰਪ੍ਰੀਟ ਕੀਤਾ ਗਿਆ ਹੈ ਜਿੰਨੇ ਵਾਰ ਉਹਦੀ ਜ਼ਿਆਦਾ ਇੰਟਰਪ੍ਰੀਟੇਸ਼ਨ ਹੋਈ ਹੈ ਸਿੰਸ 1978 ਉਹਨੇ ਵਾਰ ਇਹਦੇ ਵਿੱਚ ਜਿਹੜੇ ਡਿਫਰੈਂਟ ਲਾਜ਼ ਨੇ ਉਹ ਸਾਰਿਆਂ ਨੂੰ ਕੀ ਕਲੱਬ ਕਰਤਾ ਆਪਾਂ ਇੱਕੋ ਸਿੰਗਲ ਆਰਟੀਕਲ ਦੇ ਵਿੱਚ ਹੈ ਨਾ ਇਹਦੇ ਵਿੱਚ ਆਲਮੋਸਟ 35 ਤੋਂ 36 ਆਰਟੀਕਲ ਜਿਹੜੇ ਡਿਫਰੈਂਟ ਲਾਜ਼ ਆ ਉਹ ਸਾਰੇ ਕਿਤੇ ਆਪਾਂ ਕਰਤੇ ਮਰਜ ਅੰਡਰ ਆਰਟੀਕਲ 21 ਇੱਥੇ ਆਪਸ਼ਨ ਰਹਿ ਗਈ A B C D so C is the correct answer so ਦੋਸਤੋ ਇਹ ਆਪਣੇ ਕੋਲ ਸੀ MCQ based on fundamental rights ਨਾ ਜੋ ਆਪਾਂ ਪਹਿਲੇ ਪੜ੍ਹਿਆ ਗਏ ਉਹਨੂੰ ਆਪਾਂ ਇਨ ਦਾ ਫਾਰਮ ਆਫ MCQ ਆਪਾਂ ਡਿਸਕਸ ਕਰ ਲਿਆ ਗਏ ਆਈ ਹੋਪ ਕਿ ਤੁਸੀਂ ਮੈਕਸਿਮਮ ਕੁਐਸਚਨਸ ਅਟੈਂਪਟ ਕੀਤੇ ਹੋਣੇ ਆ ਔਰ ਜ਼ਿਆਦਾ ਕੁਐਸਚਨ ਤੁਹਾਡੇ ਠੀਕ ਹੋਏ ਹੋਣਗੇ ਪ੍ਰੋਵਾਈਡਡ ਕਿ ਅਗਰ ਤੁਸੀਂ ਜਿਹੜੀਆਂ ਪ੍ਰੀਵੀਅਸ ਜਿਹੜੀਆਂ ਵੀਡੀਓਜ਼ ਆ ਉਹਨਾਂ ਨੂੰ ਧਿਆਨ ਨਾਲ ਸੁਣਿਆ ਹੋਵੇਗਾ ਪੌਜ਼ ਕਰਕੇ ਸੁਣਿਆ ਹੋਵੇਗਾ ਇਨ ਕੇਸ ਤੁਹਾਨੂੰ ਕੋਈ ਸਟੇਟਮੈਂਟ ਨਹੀਂ ਪਤਾ ਚੱਲ ਰਹੀ ਰਿਪੀਟ ਕਰਕੇ ਉਹਨਾਂ ਨੂੰ ਦੁਬਾਰਾ ਫਿਰ ਰਿਵਾਈਜ਼ ਕੀਤਾ ਹੋਵੇਗਾ ਸੋ ਅਗਰ ਵੀਡੀਓਜ਼ ਤੁਹਾਨੂੰ ਪਸੰਦ ਆ ਰਹੀਆਂ ਨੇ ਤਾਂ ਵੀਡੀਓ ਨੂੰ ਲਾਈਕ ਕਰੋ ਕਮੈਂਟ ਜ਼ਰੂਰ ਕਰੋ ਔਰ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਔਰ ਜਿਹੜੇ ਦੋਸਤਾਂ ਨੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਉਹ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਨ ਪੋਜ਼ਿਟਿਵ ਵਾਈਬਸ ਪੰਜਾਬ ਨੂੰ ਸਿਰਫ ਤੁਹਾਡੇ ਲਈ ਬਣਿਆ ਹੋਇਆ ਤੁਹਾਡੀ ਹੈਲਪ ਦੇ ਲਈ ਬਣਿਆ ਹੋਇਆ ਔਰ ਦੋਸਤੋ ਅਗਰ ਤੁਹਾਡੇ ਕੋਈ ਕਮੈਂਟ ਹੈ ਜਾਂ ਕੁਐਰੀ ਹੈ ਤਾਂ ਤੁਸੀਂ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ ਡਿਸਕਸ ਕਰ ਸਕਦੇ ਹੋ ਇਸ ਨੰਬਰ ਦੇ ਉੱਪਰ ਥੈਂਕ ਯੂ ਵੈਰੀ ਮੱਚ